ਸ਼੍ਰੀ ਅਕਾਲ ਦੋਸਤੋ, ਨਿੰਦਰ ਕੁਗਿਆਨਵੀ ਵੱਲੋਂ ਕਰੋ ਕਬੂਲ ਪ੍ਰੋਗਰਾਮ ਹੈ ਕੋਲ ਬਹਿ ਕੇ ਸੁਣ ਸੱਜਣਾ। ਪੰਜਾਬੀ ਨੈਸ਼ਨਲ ਟੀਵੀ ਤੁਸੀਂ ਸਾਰੇ ਦੇਖ ਰਹੇ ਹੋ ਤੇ ਮੇਰੇ ਨਾਲ ਅੱਜ ਸਾਡੇ ਕੋਲ ਬੈਠੇ ਨੇ ਬੜੀ ਪਿਆਰੀ ਸ਼ਖਸੀਅਤ ਦੇ ਮਾਲਕ ਡਾਕਟਰ ਜਸਵੀਰ ਸਿੰਘ, ਜਿਹੜੇ ਕਿ ਨੌਜਵਾਨ ਇਤਿਹਾਸਕਾਰ ਨੇ ਔਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇਤਿਹਾਸ ਵਿਭਾਗ ਦੇ ਵਿੱਚ ਡਾਕਟਰ ਨੇ, ਅਧਿਆਪਕ ਨੇ ਔਰ ਬਹੁਤ ਚਿੰਤਨਸ਼ੀਲ ਵਿਅਕਤੀ ਨੇ। ਇਹਨਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕਰਨੀਆਂ ਇਤਿਹਾਸ ਬਾਰੇ, ਪੰਜਾਬ ਦੇ ਮੌਜੂਦਾ ਘੋਲ ਜਿਹੜਾ ਹੋ ਰਿਹਾ ਕਿਸਾਨਾਂ ਦਾ, ਇਹਦੇ ਬਾਰੇ, ਪੰਜਾਬੀ ਤੇ ਪੰਜਾਬੀਅਤ ਦੇ ਕਨਸੈਪਟ ਬਾਰੇ। ਸਭ ਤੋਂ ਪਹਿਲਾਂ ਡਾਕਟਰ ਜਸਵੀਰ, ਤੁਹਾਡਾ ਸਵਾਗਤ। ਇਹ ਦੱਸੋ, ਪੰਜਾਬ, ਪੰਜਾਬੀ ਤੇ ਪੰਜਾਬੀਅਤ, ਇਹ ਤਿੰਨ ਸਾਡੇ ਜਿਹੜੇ ਧਰੋਹਰ ਹੈ, ਇਤਿਹਾਸ ਨਾਲ ਜੋੜ ਕੇ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹਾਂ? ਸਭ ਤੋਂ ਪਹਿਲਾਂ ਧੰਨਵਾਦ ਨਿੰਦਰ ਜੀ, ਮੈਨੂੰ ਇੱਥੇ ਬੁਲਾਉਣ ਦੇ ਲਈ ਔਰ ਤੁਹਾਡੀ ਆਡੀਅנס ਦੇ ਮੁਖਾਤਿਬ ਹੋਣ ਦਾ ਮੈਨੂੰ ਮੌਕਾ ਮਿਲਿਆ। ਦੇਖੋ, ਗੱਲ ਇੱਦਾਂ ਹੈ ਕਿ ਇਹ ਜਿਹੜੇ ਤਿੰਨ ਕਨਸੈਪਟ ਆਪਾਂ ਯੂਜ਼ ਕਰਦੇ, ਪੰਜਾਬ, ਪੰਜਾਬੀ ਤੇ ਪੰਜਾਬੀਅਤ, ਪਹਿਲਾ ਇੱਕ ਟੈਰੀਟਰੀ ਦੇ ਨਾਲ ਜੁੜਿਆ ਹੋਇਆ ਖਿੱਤਾ ਹੈ, ਦੂਜਾ ਬੋਲੀ ਹੈ ਤੇ ਤੀਜਾ ਹੈ ਇੱਕ ਆਈਡੀਆ, ਮਾਨਸਿਕਤਾ, ਇੱਕ ਸੋਚ ਦਾ ਪ੍ਰਵਾਹ ਜਿਹੜਾ ਲਗਾਤਾਰ ਚੱਲਦਾ। ਤੇ ਜੇ ਆਪਾਂ ਇਹਨਾਂ ਨੂੰ ਇਕੱਠਿਆਂ ਕਰਕੇ ਦੇਖੀਏ ਤੇ ਬੇਸਿਕਲੀ ਪੰਜਾਬ ਆਪਣੇ ਆਪ ਦੇ ਵਿੱਚ ਹੀ ਇੱਕ ਆਈਡੀਆ ਦੇ ਤੌਰ ਤੇ ਟਰੈਵਲ ਕਰਦਾ ਹੈ। ਪੰਜਾਬ ਨੂੰ ਤੁਸੀਂ ਕੁਛ ਭੂਗੋਲਕ ਤੇ ਜਿਹੜੀਆਂ ਐਡਮਿਨਿਸਟ੍ਰੇਟਿਵ ਯੂਨਿਟਸ ਜਾਂ ਉਹਨਾਂ ਦੇ ਸਹੱਦਿਆਂ ਦੇ ਵਿੱਚ ਬੰਨ ਕੇ ਨਹੀਂ ਦੇਖ ਸਕਦੇ, ਕਿਉਂਕਿ ਪੰਜਾਬ ਦੀ ਜਿਹੜੀਆਂ ਬਾਉਂਡਰੀਜ਼ ਨੇ ਬੜਾ ਲੰਬਾ ਸਮਾਂ ਔਰ ਲਗਾਤਾਰ ਫਲੂਇਡ ਰਹਿੰਦੀਆਂ ਨੇ, ਬਦਲਦੀਆਂ ਨੇ। ਵੀ ਕਦੀ ਇਹ ਵੀ ਐਂ ਲੱਗਦਾ ਵੀ ਯਮੁਨਾ ਤੋਂ ਲੈ ਕੇ ਤੇ ਸਿੰਧ ਤੱਕ ਸਾਰਾ ਇਲਾਕਾ ਜਿਹੜਾ ਉਹ ਪੰਜਾਬ ਹੈ, ਫਿਰ ਉਹ ਪੰਜਾਬ ਸੁੰਗੜਦਾ ਹੈ। ਤੇ ਇਹ ਜਿਹੜਾ ਕੰਟੀਨਿਊਟੀ, ਇਹ ਇੱਕ ਰਪਚਰ ਹੈ, ਇਹ ਇੱਕ ਟੁੱਟ ਹੈ ਜਿਹੜੀ ਕਿ ਜਦੋਂ ਆਪਾਂ ਇਹਨੂੰ ਟੈਰੀਟੋਰੀਅਲ ਜਾਂ ਐਡਮਿਨਿਸਟ੍ਰੇਟਿਵ ਯੂਨਿਟ ਦੇ ਫਾਰਮ ਦੇ ਵਿੱਚ ਦੇਖਦੇ ਹਾਂ। ਪਰ ਉੱਥੇ ਹੀ ਜਿਹੜਾ ਪੰਜਾਬ ਦਾ ਆਈਡੀਆ ਹੈ ਪੰਜਾਬੀ ਦੇ ਨਾਲ ਤੇ ਪੰਜਾਬੀਅਤ ਦੇ ਨਾਲ, ਕਿ ਜਦੋਂ ਇਹਨੂੰ ਜੋੜ ਕੇ ਦੇਖਾਂਗੇ, ਉਹ ਉਵੇਂ ਹੀ ਕੰਟੀਨਿਊ ਕਰਦਾ। ਉਹ ਉਹਦੇ ਵਿੱਚ ਕੰਟੀਨਿਊਟੀ, ਉਹਦੇ ਵਿੱਚ ਨਿਰੰਤਰ ਜਿਹੜਾ ਪ੍ਰਵਾਹ ਹੈ ਉਹ ਉਦਾਂ ਹੀ ਚੱਲਦਾ ਹੈ। ਤਾਂ ਫਿਰ ਸਵਾਲ ਇਹ ਪੈਦਾ ਹੁੰਦਾ ਵੀ ਉਹ ਕਿਹੜਾ ਆਈਡੀਆ ਜਿਹੜਾ ਇਸ ਕਿਸਮ ਦੀ ਇੱਕ, ਜਿਹਨੂੰ ਜੇ ਮੈਂ ਨੈਸ਼ਨੈਲਿਟੀ ਵੀ ਕਹਿ ਦੇਵਾਂ, ਪੰਜਾਬੀ ਨੈਸ਼ਨੈਲਿਟੀ, ਤੋਂ ਉਹਨੂੰ ਗਵਰਨ ਕਰਦਾ, ਉਹ ਆਈਡੀਆ ਕੀ ਹੈ? ਉਹ ਆਈਡੀਆ ਉਹੀ ਹੈ ਜਿਹੜਾ ਅੱਜ ਸਾਨੂੰ ਦੁਬਾਰਾ ਉਸਰਿਆ ਨਜ਼ਰ ਆ ਰਿਹਾ, ਸਿੰਘੂ ਬਾਰਡਰ ਤੇ ਦੁਬਾਰਾ ਸਾਨੂੰ ਟਿਕਰੀ ਬਾਰਡਰ ਤੇ, ਜਾਂ ਉੱਥੇ ਜਿਹੜਾ ਇਹ ਉਹ ਪੰਜਾਬ ਹੈ, ਇਹ ਉਹ ਪੰਜਾਬੀਅਤ ਹੈ, ਇਹ ਉਹ ਪੰਜਾਬੀ ਹੈ ਜਿਹੜੀ ਉੱਥੇ ਨਜ਼ਰ ਆ ਰਹੀ ਹੈ ਅੰਦੋਲਨ ਦੇ ਰੂਪ ਦੇ ਵਿੱਚ। ਤਾਂ ਮੇਰਾ ਬੇਸਿਕਲੀ ਜਿਹੜਾ ਆਰਗੂਮੈਂਟ ਹੈ ਕਿ ਜਿਹੜਾ ਪੰਜਾਬ ਤੇ ਪੰਜਾਬੀਅਤ ਦਾ ਜਿਹੜਾ, ਜੇ ਆਪਾਂ ਇਹਨੂੰ ਬੋਲੀ ਨੂੰ ਵੀ ਵਿੱਚ ਸਮੇਟ ਕੇ ਨਾਲ ਦੇਖੀਏ, ਤੇ ਪੂਰੇ ਦਾ ਪੂਰਾ ਜਿਹੜਾ ਇਹ ਕਨਸੈਪਟ ਹੈ ਉਹ ਬੇਸਿਕਲੀ ਜਿਹੜਾ ਇੱਕ ਨਾਬਰੀ ਦਾ, ਇੱਕ ਵਿਦਰੋਹ ਦਾ ਜਿਹੜਾ ਉਹ ਬਣਦਾ, ਚਾਹੇ ਉਹ ਪੋਲੀਟੀਕਲ ਰਿਬੈਲੀਅਨ ਹੋਵੇ, ਚਾਹੇ ਉਹ ਸੋਸ਼ਲ ਰਿਬੈਲੀਅਨ ਹੋਵੇ, ਚਾਹੇ ਉਹ ਕਲਚਰਲ ਰਿਬੈਲੀਅਨ ਹੋਵੇ। ਇਹ ਖਿੱਤਾ ਹਮੇਸ਼ਾ ਹੀ, ਕਿਉਂਕਿ ਇਤਿਹਾਸ ਦੇ ਵਿੱਚ ਬੇਸਿਕਲੀ ਜਿਹੜਾ, ਕਿਉਂਕਿ ਮੈਂ ਇਤਿਹਾਸ ਦਾ ਵਿਦਿਆਰਥੀ ਹਾਂ ਪਰ ਲਿਟਰੇਚਰ ਦੇ ਹਵਾਲੇ ਦੇ ਨਾਲ ਥੋੜ੍ਹਾ ਜਿਹਾ ਜ਼ਿਆਦਾ ਵਾਬਸਤਾ ਰਹਿਣਾ, ਜਾਂ ਉਸ ਕਿਸਮ ਦਾ ਕੰਮ ਕਰਨ 'ਚ ਇੰਟਰਸਟਡ ਰਹਿਣਾ ਲਿਟਰੇਚਰ ਤੇ ਕਲਚਰ ਦੇ ਹਵਾਲੇ ਦੇ ਨਾਲ। ਤੇ ਮੈਂ ਜੀ ਇਹ ਕਹਾਂ ਵੀ ਇਤਿਹਾਸ ਦੇ ਵਿੱਚ ਜਿਹੜੀ ਨਾਬਰੀ ਹੁੰਦੀ ਹੈ, ਰੈਜ਼ਿਸਟੈਂਸ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਹਾਂ, ਉਹ ਇਤਿਹਾਸ ਦੀ ਲਾਈਫ ਲਾਈਨ ਹੁੰਦੀ ਹੈ। ਤੇ ਜੇ ਜਿਸ ਸਮਾਜ ਦੇ ਵਿੱਚ ਰੈਜ਼ਿਸਟੈਂਸ ਨਾ ਹੋਵੇ, ਜੇ ਸੁਸਾਇਟੀ ਦੇ ਵਿੱਚ ਰਿਬੈਲੀਅਨ ਨਾ ਹੋਵੇ, ਨਾਬਰੀ ਨਾ ਹੋਵੇ, ਤੇ ਇਤਿਹਾਸ ਦਾ ਜਿਹੜਾ ਫਲੋ ਉਹ ਬੜਾ ਨਿਰਜੀਵ ਜਿਹਾ ਹੁੰਦਾ। ਉਹ ਸਿਰਫ ਘਟਨਾਵਾਂ ਤੇ ਰਾਜੇ ਰਾਣੀਆਂ ਤੇ ਉਹ ਇੱਕ ਜਿਹੜਾ ਔਰਨਾਮੈਂਟਲ ਜੀ ਕਿਸਮ ਦੀ ਹਿਸਟਰੀ ਹੋ ਨਿਬੜਦੀ ਹੈ। ਜਿਹੜੀ ਨਾਬਰੀ ਹੁੰਦੀ ਹੈ, ਨਾਬਰੀ ਦਾ ਮਤਲਬ ਇਹ ਨਹੀਂ ਵੀ ਕੋਈ ਰਾਜਾ ਰਾਜੇ ਦੇ ਖਿਲਾਫ ਲੜ ਰਿਹਾ। ਨਾਬਰੀ ਹੁੰਦਾ ਵੀ ਜਦੋਂ ਤੁਸੀਂ ਇੱਕ ਸਥਾਪਤੀ ਦੇ ਵਿਰੁੱਧ ਲੜਦੇ ਹੋ, ਤੇ ਉਹ ਨਾਬਰੀ ਹਮੇਸ਼ਾ ਹੀ ਥੱਲਿਓਂ ਉੱਠਦੀ ਹੈ। ਤੇ ਪੰਜਾਬ ਇੱਕ ਇਹੋ ਜਿਹਾ ਖਿੱਤਾ ਰਿਹਾ ਉਹ ਜਿਹੜਾ ਲਗਾਤਾਰ ਇਸ ਨਾਬਰੀ ਨੂੰ, ਇਸ ਰੈਜ਼ਿਸਟੈਂਸ ਨੂੰ ਜਿਉਂਦਾ, ਉਹਨੂੰ ਸੈਲੀਬ੍ਰੇਟ ਕਰਦਾ। ਇਹਨੂੰ ਇੰਜ ਵੀ ਦੇਖੋ ਵੀ ਇਹ ਉਹੀ ਖਿੱਤਾ ਜਿਹੜਾ ਕ੍ਰੈਡਲ ਆਫ ਸਿਵਲਾਈਜੇਸ਼ਨ ਬਣ। ਨਾਬਰੀ ਸ਼ਬਦ ਨੂੰ ਅਸੀਂ ਬਾਗੀ ਚ ਵੀ ਬਾਗੀ, ਬਿਲਕੁਲ, ਹਾਂ ਬਿਲਕੁਲ। ਨਾਬਰੀ ਥੋੜਾ ਜਿਹਾ ਮੈਨੂੰ ਫੈਸੀਨੇਟ ਜ਼ਿਆਦਾ ਕਰਦਾ ਤੇ ਹੈ ਉਹ ਬਾਗੀ ਹੀ ਹੈ, ਪਰ ਮੈਨੂੰ ਐ ਲੱਗਦਾ ਵੀ ਜਿਹੜਾ ਨਾਬਰੀ ਹੈ, ਕਿਉਂਕਿ ਚਲੋ ਮੈਂ ਲਿਟਰੇਚਰ ਦਾ ਐਸ ਸੱਚ ਵਿਦਿਆਰਥੀ ਨਹੀਂ, ਪਰ ਮੈਨੂੰ ਐ ਲੱਗਦਾ ਵੀ ਨਾਬਰੀ ਬੜਾ ਖੂਬਸੂਰਤ ਤੇ ਵੱਡਾ ਲਫ਼ਜ਼ ਹੁੰਦੇ ਤੋਂ, ਬਾਗੀ ਥੋੜਾ ਜਿਹਾ ਆਪਾਂ ਉਹਨੂੰ ਜਿਹੜਾ ਪੋਲੀਟੀਕਲ ਐਂਗਲ ਤੋਂ ਉਸ ਤਰੀਕੇ ਤੋਂ ਦੇਖਦੇ ਹਾਂ। ਨਾਬਰੀ ਦਾ ਮਤਲਬ ਹੈ ਕਿ ਤੁਸੀਂ ਸਥਾਪਤੀ ਦੇ ਵਿਰੁੱਧ ਲੜਨਾ, ਅਨਿਆਂ ਦੇ ਵਿਰੁੱਧ ਲੜਨਾ ਔਰ ਲੋਕਾਂ ਦੇ ਹੱਕ ਹਕੂਕ ਦੇ ਲਈ ਲੜਨਾ, ਸਿਸਟਮ ਤੋਂ ਨਾਬਰ ਹੋਣਾ। ਉਹ ਚਾਹੇ ਤੁਹਾਡਾ ਰਾਜਨੀਤਿਕ ਢਾਂਚਾ ਹੋਵੇ, ਉਹ ਚਾਹੇ ਤੁਹਾਡਾ ਸਮਾਜਿਕ ਢਾਂਚਾ ਹੋਵੇ, ਉਹ ਚਾਹੇ ਤੁਹਾਡਾ ਐਸਟੈਬਲਿਸ਼ਡ ਇੱਕ ਖਾਸ ਕਿਸਮ ਦਾ ਜਿਹੜਾ ਧਾਰਮਿਕ ਢਾਂਚਾ ਹੋਵੇ, ਮਤਲਬ ਹਰ ਤਰੀਕੇ ਦੇ ਨਾਲ। ਔਰ ਉਹ ਬੇਸਿਕਲੀ ਜਿਹੜਾ ਨਾਬਰੀ ਆ ਉਹ ਇੱਕ ਕਲਚਰ ਦੇ ਵਿੱਚੋਂ ਜਿਹੜਾ ਉਹ ਨਿਕਲਦਾ ਤੇ ਆਪਣੇ ਆਪ ਦੇ ਵਿੱਚ ਇੱਕ ਕਲਚਰ ਬਣਦਾ।
ਤੇ ਪੰਜਾਬ ਦਾ ਜਿਹੜਾ ਇਹ ਸਾਰੇ ਦਾ ਸਾਰਾ ਕਨਸੈਪਟ ਹੈ, ਜਿਹੜਾ ਮੈਂ ਕਹਿ ਰਿਹਾ ਵੀ ਜਿਹੜਾ ਹਿਸਟਰੀ ਦੇ ਵਿੱਚ ਲਾਈਫਲਾਈਨ ਹੀ ਰੈਜ਼ਿਸਟੈਂਸ ਹੁੰਦੀ ਹੈ, ਨਾਬਰੀ ਹੁੰਦੀ ਹੈ, ਤੇ ਪੰਜਾਬ ਦੇ ਅੰਦਰ ਤਾਂ ਫਿਰ ਉਹ ਹੈ ਹੀ ਇਸ ਤਰੀਕੇ ਦੇ ਨਾਲ ਕਿ ਜੇ ਪ੍ਰਾਚੀਨ ਸਮੇਂ ਤੋਂ ਵੀ ਤੁਸੀਂ ਦੇਖੋ ਤੇ ਸਿਕੰਦਰ ਵੀ ਇੱਥੇ ਆ ਕੇ ਟਿਕਦਾ ਜਦੋਂ ਪੋਰਸ ਉਹਦੇ ਸਾਹਮਣੇ ਖੜਾ ਹੁੰਦਾ। ਉਦੋਂ ਬਾਅਦ ਲਗਾਤਾਰ ਜਿੰਨੇ ਵੀ ਸਾਡੇ ਨਾਇਕ ਨੇ, ਚਾਹੇ ਉਹ ਕੋਈ ਲੋਕਲ ਰਾਜਾ ਹੋਵੇ ਜਾਂ ਵੱਡਾ ਰਾਜਾ ਹੋਵੇ, ਚਾਹੇ ਹੀਰੋ ਹੋਵੇ, ਚਾਹੇ ਸਾਡੇ ਕਿਉਂਕਿ ਨਾਬਰੀ ਦੀਆਂ ਕਈ ਅਲੱਗ-ਅਲੱਗ ਫਾਰਮੇਸ਼ਨਸ ਹੁੰਦੀਆਂ ਨੇ। ਉਹਦੇ ਵਿੱਚ ਪੋਲੀਟੀਕਲ ਨਾਬਰੀ ਵੀ ਹੋ ਸਕਦੀ ਹੈ, ਉਹਦੇ ਵਿੱਚ ਸੋਸ਼ਲ ਨਾਬਰੀ ਵੀ ਹੋ ਸਕਦੀ ਹੈ, ਉਹਦੇ ਵਿੱਚ ਜਿਹੜੀ ਰਿਲੀਜੀਅਸ ਨਾਬਰੀ, ਕਿਉਂਕਿ ਜੇ ਮੈਂ ਐਂ ਕਹਾਂ ਵੀ ਗੁਰੂ ਨਾਨਕ ਸਾਹਿਬ ਵੀ ਤਾਂ ਇੱਕ ਨਾਬਰ ਨੇ ਜਿਹੜੇ ਉਸ ਸਮੇਂ ਪੂਰੀ ਦੀ ਪੂਰੀ ਸਥਾਪਤੀ ਨੂੰ ਚੈਲੰਜ ਕਰਦੇ ਨੇ, ਰੱਦ ਕਰ ਦਿੰਦੇ ਨੇ, ਪੂਰੇ ਦੇ ਪੂਰੇ ਸਿਸਟਮ ਤੇ ਲੀਕ ਮਾਰਦੇ ਨੇ, ਔਰ ਉਹਦੇ ਪੈਰਲਲ ਇੱਕ ਤੁਹਾਨੂੰ ਆਲਟਰਨੇਟਿਵ, ਕਿਉਂਕਿ ਨਾਬਰੀ ਦੇ ਵਿੱਚ ਇਹ ਨਹੀਂ ਹੁੰਦਾ ਵੀ ਸਿਰਫ ਤੁਸੀਂ ਕਾਂਟਾ ਮਾਰਨਾ, ਉਹਦੇ ਬਰਾਬਰ ਇੱਕ ਤੁਸੀਂ ਪੈਰਾਡਾਈਮ ਵੀ ਖੜਾ ਕਰਨਾ। ਤਾਂ ਇਹ ਜਿਹੜਾ ਪੂਰੇ ਦੀ ਪੂਰੀ ਫਲੋ ਹੈਗਾ ਉਹ ਪੰਜਾਬ ਦੇ ਵਿੱਚ ਬੜਾ ਖੂਬਸੂਰਤ ਤਰੀਕੇ ਦੇ ਨਾਲ ਹਮੇਸ਼ਾ ਤੋਂ ਹੀ ਰਿਹਾ। ਇਹਨੂੰ ਇਹ ਨਹੀਂ ਕਿ ਕੋਈ ਸਿਰਫ ਗਲੋਰੀਫਿਕੇਸ਼ਨ ਵਾਲੀ ਕੋਈ ਗੱਲ ਹੈ, ਇਹ ਇੱਕ ਹਕੀਕਤ ਹੈ। ਇਹਨੂੰ ਇਸ ਹਕੀਕਤ ਨੂੰ ਆਪਾਂ ਲੰਬਾ ਸਮਾਂ, ਮੈਨੂੰ ਐ ਲੱਗਦਾ ਵੀ ਕਿਤੇ ਨਾ ਕਿਤੇ ਅਸੀਂ ਇੱਕ ਵੈਸਟਰਨ ਕਿਸਮ ਦੀ ਜਿਹੜਾ ਆਈਡੀਆ ਸੀਗਾ ਜਾਂ ਹੋਰ ਕਿਸਮ ਦੇ ਜਿਹੜੇ ਆਈਡੀਆ ਸੀ ਉਹਨਾਂ ਦੇ ਥੱਲੇ ਅਸੀਂ ਦੱਬ ਲਿਆ ਵੀ ਨਹੀਂ ਇਹ ਕੋਈ ਬਾਹਲੀ ਚੰਗੀ ਗੱਲ ਨਹੀਂਗੀ। ਪਰ ਜੇ ਇਹ ਚੰਗੀ ਗੱਲ ਨਾ ਹੁੰਦੀ ਜਾਂ ਇਹ ਨਾਬਰੀ ਜਿਹੜੀ ਇਸ ਕਿਸਮ ਦੇ ਨਾਲ ਨਾ ਭਰੀ ਹੁੰਦੀ, ਤੇ ਅੱਜ ਜੋ ਵਿਦਰੋਹ ਜਿਹੜਾ ਲੋਕ ਵਿਦਰੋਹ, ਮੇਰਾ ਖਿਆਲ ਹੈ ਕਿ ਪਿਛਲੇ 100 ਸਾਲ ਦੇ ਵਿੱਚ ਇੱਕ ਵੱਡਾ ਵਿਦਰੋਹ ਜਿਹੜਾ ਪਹਿਲੀ ਵਾਰੀ ਨਜ਼ਰ ਆ ਰਿਹਾ ਇਸ ਕਿਸਮ ਦਾ, ਔਰ ਜਿੰਦੇ ਵਿੱਚ ਇਹ ਤਾਂ ਨਹੀਂ ਹੈਗਾ ਵੀ ਉਹਨੂੰ ਆਪਾਂ ਕਹਿ ਦਈਏ ਵੀ ਲੀਡਰਲੈਸ ਹੈ, ਪਰ ਜਿਹੜਾ ਸਥਾਪਤ ਜਿਹੜੀ ਨੇਤਾ ਨੇ ਉਹ ਉਹਦੇ 'ਚ ਕਿਤੇ ਨਹੀਂ ਲੱਭਦੇ। ਸਥਾਪਿਤ ਨੇਤਾ ਤਾਂ ਦੂਰ ਹੈ, ਔਰ ਲੋਕਾਂ ਨੇ ਨੇੜੇ ਨਹੀਂ ਆਉਣ ਦਿੱਤੇ। ਲੋਕ ਜਿਹੜੇ ਨੇ ਔਰ ਲੋਕਾਂ ਦੇ ਜਿਹੜੇ ਨੇਤਾ ਨੇ, ਸਬਾਲਟਨ ਜਿਹੜੇ ਨੇ, ਉਹ ਜਿੱਦਾਂ ਰਾਈਜ਼ ਕਰ ਰਹੇ ਨੇ। ਤੇ ਇਹਦਾ ਮਤਲਬ ਉਹ ਜਿਹੜਾ ਆਈਡੀਆ ਕਿਤੇ ਨਾ ਕਿਤੇ ਟਰੈਵਲ ਕੀਤਾ, ਕਿਉਂਕਿ ਇਮਾਨਦਾਰੀ ਦੇ ਨਾਲ ਮੈਂ ਦੱਸਾਂ ਕਿ ਪਿਛਲੇ ਕੁਝ ਸਮਿਆਂ ਦੇ ਦੌਰਾਨ ਪੰਜਾਬ ਨੂੰ ਲੈ ਕੇ ਜਿਸ ਕਿਸਮ ਦਾ ਨੈਰੇਟਿਵ ਬਣ ਚੁੱਕਾ ਸੀਗਾ, ਉਹਦੇ 'ਚ ਤੁਸੀਂ ਜੇ ਤੁਹਾਨੂੰ ਕੋਈ ਪੁੱਛਦਾ ਸੀ ਵੀ ਪੰਜਾਬ ਤੋਂ, ਤੇ ਫਿਰ ਉਹ ਤੁਹਾਡੇ ਨਾਲ ਸ਼ੱਕ ਦੀ ਨਿਗਾਹ ਨਾਲ ਦੇਖਦਾ ਸੀ ਵੀ ਸ਼ਾਇਦ ਜੇਬ ਚੋਂ ਕੋਈ ਪੂੜੀ ਪਾੜੀ ਨਿਕਲ ਆਵੇ, ਮਤਲਬ ਇਸ ਤਰ੍ਹਾਂ ਦੀ ਹਕਾਰਤ ਭਰੀ ਨਜ਼ਰਾਂ ਦੇ ਨਾਲ। ਔਰ ਤੁਸੀਂ ਜੇ ਉਸ ਨੈਰੇਟਿਵ ਨੂੰ ਧਿਆਨ ਨਾਲ ਸੁਣਦੇ ਸੀ ਤੇ ਫਿਰ ਤੁਹਾਨੂੰ ਇੱਕ ਨਾ ਇੰਜ ਮਹਿਸੂਸ ਹੁੰਦਾ ਸੀ ਵੀ ਤੁਸੀਂ ਕੁਝ ਟਾਈਮ ਦੇ ਲਈ ਅੱਖਾਂ ਦੇ ਸਾਹਮਣੇ ਇੱਕ ਇਮੇਜਰੀ ਜੀ ਡਿਵੈਲਪ ਕਰੋ ਵੀ ਪਿੰਡ, ਤੁਸੀਂ ਇੱਕ ਤਸਵਰ ਕਰੋ ਇੱਕ ਪਿੰਡ ਦਾ, ਤੇ ਗਲੀਆਂ ਦੇ ਵਿੱਚ ਮੁੰਡੇ ਜਿਹੜੇ ਨੇ ਉਹ ਟੀਕੇ ਟੂਕੇ ਲਾ ਕੇ ਤੇ ਇਦਾਂ ਹੀ ਪਏ ਹੋਏ ਨੇ। ਤੇ ਇਹ ਫਿਰ ਸਵਾਲ ਉੱਠਦਾ ਵੀ ਆਹ ਪੰਜਾਬ ਕਿਹੜਾ ਹੁਣ ਟੁੱਟੀ ਨਾ ਮਿੱਥ, ਇਹ ਮਿੱਥ ਟੁੱਟ ਗਈ। ਉਹ ਮਿੱਥ ਇਸੇ ਕਰਕੇ ਟੁੱਟੀ ਵੀ ਜਿਹੜਾ ਪੰਜਾਬ ਦਾ ਜਿਹੜਾ ਪੰਜਾਬੀ ਹੈ, ਇੱਥੇ ਪੰਜਾਬੀ ਨੂੰ ਕਿਸੇ ਧਰਮ ਫਿਰਕੇ ਦੇ ਨਾਲ ਜੋੜ ਕੇ ਦੇਖਣ ਦੀ ਜ਼ਰੂਰਤ ਨਹੀਂ ਹੈ। ਪੰਜਾਬੀ ਮਤਲਬ ਪੰਜਾਬੀ, ਉਹ ਕਿਸੇ ਵੀ ਧਰਮ ਦਾ ਹੋ ਸਕਦਾ, ਉਹ ਕਿਸੇ ਵੀ ਮਜ਼ਹਬ ਦਾ ਹੋ ਸਕਦਾ, ਕਿਸੇ ਵੀ ਜਾਤੀ ਦਾ ਹੋ ਸਕਦਾ, ਉਹਦੀ ਜ਼ੁਬਾਨ ਪੰਜਾਬੀ ਹੈ ਔਰ ਉਹਦੇ ਇਥੋਸ ਪੰਜਾਬੀ ਨੇ। ਠੀਕ ਹੈ, ਉਹ ਜਿਹੜਾ ਹੈਗਾ ਉਹ ਇਹ ਪ੍ਰਵਾਹ ਲਗਾਤਾਰ ਚੱਲਦਾ। ਇਹ ਮੈਡੀਵਲ ਪੀਰੀਅਡ ਦੇ ਵਿੱਚ ਹੀ ਹੈ, ਇਹ ਮਾਡਰਨ ਪੀਰੀਅਡ ਦੇ ਵਿੱਚ ਵੀ ਹੈ। ਔਰ ਮੇਰੇ ਹਿਸਾਬ ਦੇ ਨਾਲ ਜੇ ਇਹਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਡਿਫਾਈਨ ਕਰਨਾ ਹੋਵੇ ਤਾਂ ਉਹ ਸਤਾਪਤੀ ਦੇ ਵਿਰੁੱਧ ਖੜੇ ਹੋਣਾ ਤੇ ਮਨੁੱਖੀ ਭਾਈਚਾਰੇ ਨੂੰ ਸੈਲੀਬ੍ਰੇਟ ਕਰਨਾ, ਆਪਸੀ ਸਾਂਝ ਨੂੰ ਸੈਲੀਬ੍ਰੇਟ ਕਰਨਾ, ਤੇ ਅਨਿਆਂ ਦੇ ਖਿਲਾਫ ਡਟ ਕੇ ਲੜਨਾ, ਸਾਹਮਣੇ ਭਾਵੇਂ ਕਿੰਨੀ ਵੀ ਤਗੜੀ ਫੌਜ ਹੋਵੇ। ਕਿਉਂਕਿ ਇਹ ਉਹ ਧਰਤੀ ਹੈ ਵੀ ਜਿੱਥੇ ਗੁਰੂ ਨਾਨਕ ਸਾਹਿਬ ਬਾਬਰ ਨੂੰ ਜਾਬਰ ਕਹਿੰਦੇ ਆ। ਤੁਸੀਂ ਅੱਜ ਡੈਮੋਕ੍ਰੇਸੀ ਦੇ ਵਿੱਚ ਹੁਕਮਰਾਨ ਦੇ ਸਾਹਮਣੇ ਖਲੋ ਕੇ ਉਹਨੂੰ ਨਹੀਂ ਬੋਲ ਸਕਦੇ। ਉਸ ਜ਼ਮਾਨੇ 'ਚ ਜਰਾ ਤਸੱਵਰ ਕਰੋ, ਉਸ ਜ਼ਮਾਨੇ ਤੁਸੀਂ ਬਾਬਾ ਬੁੱਲੇ ਸ਼ਾਹ ਦੇ ਬਾਰੇ ਸੋਚੋ, ਉਸ ਜ਼ਮਾਨੇ ਦੇ ਵਿੱਚ ਤੁਸੀਂ ਸ਼ਾਹ ਹੁਸੈਨ ਬਾਰੇ ਸੋਚੋ ਜਾਂ ਬਾਬਾ ਫਰੀਦ ਬਾਰੇ ਸੋਚੋ ਕਿ ਜਿਹੜੇ ਇਸ ਪੂਰੀ ਉਸ ਸਥਾਪਤੀ ਨੂੰ ਚੈਲੰਜ ਕਰਦੇ। ਔਰ ਇਹ ਪ੍ਰਵਾਹ ਲਗਾਤਾਰ ਚੱਲਦਾ। ਇਹ ਜੇ ਕਲੋਨੀਅਲ ਪੀਰੀਅਡ ਤੱਕ ਵੀ ਦੇਖੀਏ, ਉਸ ਤੋਂ ਬਾਅਦ ਦੇ ਪੀਰੀਅਡ ਤੱਕ ਵੀ ਦੇਖੀਏ, ਤੇ ਇਹ ਤੁਹਾਨੂੰ ਜਿਹੜੀ ਇਹ ਸੈਂਸ ਹੈ ਪੰਜਾਬ ਤੇ ਪੰਜਾਬੀ ਦੀ, ਜੇ ਮੈਂ ਉਹਨੂੰ ਕਰਕਸ ਦੇ ਵਿੱਚ ਕੱਢਣਾ ਹੋਵੇ ਤੇ ਮੇਰੀ ਜਿਹੜੀ ਸਮਝ ਇਹ ਬਣਦੀ ਵੀ ਉਹ ਨਾਬਰੀ ਹੈ। ਉਹ ਇੱਕ ਬਾਗੀ ਸੁਭਾਅ ਹੈ ਜਿਹਨੂੰ ਤੁਸੀਂ ਕੁਝ ਦੇ ਸੱਦਿਆਂ 'ਚ ਨਹੀਂ ਬੰਨ ਸਕਦੇ, ਜਿਹਨੂੰ ਤੁਸੀਂ ਕੁਝ ਸੋਸ਼ਲ ਤੇ ਪੋਲੀਟੀਕਲ ਲਿਮਿਟਸ ਦੇ ਵਿੱਚ ਕੁਝ ਟਾਈਮ ਲਈ ਤਾਂ ਕੰਟਰੋਲ ਕਰ ਲਓਗੇ। ਪਰ ਜਿੱਦਾਂ ਤੁਸੀਂ ਜਦੋਂ ਜਿਹੜੀ ਇਹ ਮੈਡੀਵਲ ਪੋਇਟਰੀ ਨੂੰ ਪੜ੍ਹ ਲਓ, ਮਾਡਰਨ ਪੋਇਟਰੀ ਨੂੰ ਪੜ੍ਹ ਲਓ, ਉਹਦੇ ਵਿੱਚ ਪੰਜਾਬੀ ਜਿਹੜਾ ਸੁਭਾਅ ਆ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਉਹਨੂੰ ਤੋੜਦਾ ਨਜ਼ਰ ਆਉਂਦਾ। ਔਰ ਇਹ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਹੁੰਦਾ। ਕਈ ਲੋਕ ਹੁੰਦੇ ਨੇ ਉਹ ਬਾਹਰੀ ਹਕੂਮਤ ਨੂੰ ਆਸਾਨੀ ਦੇ ਨਾਲ ਮੰਨ ਲੈਂਦੇ ਨੇ, ਕਈ ਲੋਕ ਹੁੰਦੇ ਨੇ ਉਹ ਬਾਹਰੀ ਹਕੂਮਤ ਨੂੰ ਕਦੀ ਵੀ ਨਹੀਂ ਮੰਨਦੇ। ਕੁਝ ਖਿੱਤੇ ਅੱਜ ਵੀ ਨੇ ਜਿਹੜੇ ਲੜ ਰਹੇ ਨੇ, ਜਿਨ੍ਹਾਂ ਨੂੰ ਆਪਾਂ ਟ੍ਰਾਈਬਸ ਕਹਿ ਦਿੰਦੇ, ਟ੍ਰਾਈਬਲਸ ਕਹਿ ਦਿੰਦੇ ਆ, ਉਹ ਖਿੱਤੇ ਅੱਜ ਵੀ ਉਸੇ ਤਰੀਕੇ ਦੇ ਨਾਲ ਲੜ ਰਹੇ ਨੇ। ਦੋਸਤੋ, ਕੋਲ ਬਹਿ ਕੇ ਸੁਣ ਸੱਜਣਾ ਪ੍ਰੋਗਰਾਮ 'ਚ ਅੱਜ ਅਸੀਂ ਵਿਦਵਾਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਔਰ ਇਤਿਹਾਸ ਵਿਭਾਗ ਦੇ ਬੜੇ ਡੂੰਘੇ ਚਿੰਤਕ ਨੇ ਡਾਕਟਰ ਜਸਵੀਰ ਸਿੰਘ
ਔਰ ਮੈਂ ਪਹਿਲਾਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇਹ ਇਤਿਹਾਸ ਪੜ੍ਹਾਉਂਦੇ ਨੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ। ਇੱਕ ਬ੍ਰੇਕ ਤੋਂ ਬਾਅਦ ਜਲਦੀ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹਾਂ ਡਾਕਟਰ ਜਸਵੀਰ ਦੇ ਨਾਲ ਗੱਲਾਂ ਬਾਤਾਂ ਲੈ ਕੇ। ਔਰ ਅੱਜ ਅਸੀਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਕਨਸੈਪਟ ਆ ਜਿਹੜਾ, ਉਹਦੇ ਬਾਰੇ ਜਦੋਂ ਅਸੀਂ ਗੱਲ ਸ਼ੁਰੂ ਕੀਤੀ ਤਾਂ ਡਾਕਟਰ ਜਸਵੀਰ ਹੋਰਾਂ ਦਾ ਮਤ ਹੈ ਕਿ ਜਿਹੜੀ ਨਾਬਰ ਹੋਣਾ ਸਿਸਟਮ ਤੋਂ, ਬਾਗੀ ਹੋਣਾ ਸਿਸਟਮ ਤੋਂ ਤੇ ਵੱਡੇ ਵੱਡੇ ਜਿਹੜੇ ਸਾਡੇ ਪੀਰ ਪੈਗੰਬਰ ਹੋਏ ਆ, ਸਾਡੇ ਜਿਹੜੇ ਦੇਵਤੇ ਹੋਏ ਆ, ਸਾਡੇ ਯੋਧੇ ਹੋਏ ਆ, ਉਹਨਾਂ ਨੇ ਸਥਾਪਤੀ ਦੇ ਵਿਰੁੱਧ ਲਹਿਰਾਂ ਚੁੱਕੀਆਂ। ਅੱਜ ਵੀ ਡਾਕਟਰ ਜਸਵੀਰ ਇੱਕ ਲਹਿਰ ਬਣੀ ਜੀ। ਔਰ ਜਿਹੜੀ ਤੁਸੀਂ ਗੱਲ ਆਰੰਭ 'ਚ ਕੀਤੀ ਕਿ ਸਾਡੀ ਇੱਕ ਮਿੱਥ ਟੁੱਟੀ, ਸਾਡੇ ਮੁੰਡਿਆਂ ਨੂੰ ਭੰਡਿਆ ਜਾ ਰਿਹਾ ਸੀ, ਠੀਕ ਹੈ, ਸਾਡੇ ਕੋਲ ਵਿਗਾੜ ਵੀ ਸਾਡੇ ਸਮਾਜ 'ਚ ਆਏ ਆ, ਪਰ ਜਿਹੜਾ ਇਸ ਵੇਲੇ ਇੱਕ ਸੁਰ ਗੂੰਜੀ ਆ, ਇੱਕ ਸੁਰ ਨੇ ਅੰਬਰ ਵੀ ਹਿਲਾ ਦਿੱਤਾ। ਇਸ ਇੱਕ ਸੁਰ ਦੇ ਗੂੰਜਣ 'ਚ ਅੱਜ ਪੰਜਾਬ, ਪੰਜਾਬੀ ਤੇ ਪੰਜਾਬੀਅਤ ਜਿਹੜੀ ਆ ਉਹ ਮੁੜ ਇੱਕ ਉਸਾਰੀ ਦੇ ਬਿੰਬ ਦੇ ਰੂਪ ਵਿੱਚ ਸਾਡੇ ਸਾਹਮਣੇ ਆਈ। ਜੀ ਜੀ, ਡੈਫੀਨੇਟਲੀ ਜੀ। ਇਹਦੇ 'ਚ ਤੁਸੀਂ ਇਹ ਦੇਖੋ ਕਿ ਜਿਹੜੀ ਮੈਂ ਗੱਲ ਕਰ ਰਿਹਾ ਸੀ ਵੀ ਇਹ ਲਗਾਤਾਰ ਪੰਜਾਬ ਜਿਹੜਾ ਹੈ ਖਿੱਤਾ ਉਹ ਲੀਡ ਦਿੰਦਾ ਰਿਹਾ। ਉਹ ਲੀਡ ਕਿੱਦਾਂ ਦਿੰਦਾ ਰਿਹਾ ਕਿ ਜਦੋਂ ਵੀ ਇਸ ਖਿੱਤੇ ਦੇ ਵਿੱਚ ਜਬਰ, ਜ਼ੁਲਮ, ਤਸ਼ੱਦਦ, ਹੁਕਮਰਾਨ ਦਾ ਜਿਹੜਾ ਇੱਕ ਡੋਮੀਨੈਂਟ ਬਿਹੇਵੀਅਰ ਜਿਹੜਾ ਉਹ ਬਣਿਆ, ਉਹਦੇ ਵਿੱਚ ਪੰਜਾਬ ਹਮੇਸ਼ਾ ਇਸ ਲੜਾਈ ਦੇ ਵਿੱਚ ਮੂਹਰੇ ਰਿਹਾ। ਉਹਨੂੰ ਮੈਂ ਇਦਾਂ ਦੇਖਦਾ ਕਿ ਤੁਸੀਂ ਇਹ ਦੇਖੋ ਕਿ ਇੱਕ ਆਮ ਜੀ ਜਿਹੜੀ ਧਾਰਨਾ ਬਣਦੀ ਸੀਗੀ ਕਿ ਜਿਹੜਾ ਕਿਤੇ ਨਾ ਕਿਤੇ ਜੀ ਪੰਜਾਬ ਜਾਂ ਪੰਜਾਬ ਦੇ ਲੋਕ ਇਸ ਕਰਕੇ ਲੜਾਕੂ ਹੁੰਦੇ ਵੀ ਇਹ ਕਿਉਂਕਿ ਹੁਕਮਰਾਨਾਂ ਦੇ ਰਾਹ ਤੇ ਪੈਂਦੇ ਸੀ ਵੀ ਜਿਹੜਾ ਨਾਰਥ ਵੈਸਟਰਨ ਫਰੰਟੀਅਰ ਹੈ ਜਿਹੜਾ ਉਹ ਇਧਰੋਂ ਜਿਹੜੀ ਵਿੰਡੋ ਆ ਜਾਂ ਜਿਹੜਾ ਉਹ ਰਸਤਾ ਹੋਣ ਕਰਕੇ ਤੇ ਜਿਹੜਾ ਵੀ ਇਹਨਾਂ ਨੂੰ ਯੂਰਪੀਅਨਸ ਨੂੰ ਛੱਡ ਕੇ ਬਾਕੀ ਸਾਰੇ ਹਮਲਾਵਰ ਜਿਹੜੇ ਉਹ ਇਸੇ ਰਸਤੇ ਆਉਂਦੇ ਆ। ਤੇ ਉਹ ਇਹ ਲੜਨਾ ਜੂਝਣਾ ਇਹਨਾਂ ਦਾ ਉਹ ਮਜਬੂਰੀ ਵਸ ਜਾਂ ਕਿਤੇ ਨਾ ਕਿਤੇ ਉਹ ਟ੍ਰੇਨਿੰਗ ਦਾ ਹਿੱਸਾ ਬਣ ਜਾਂਦਾ, ਸੁਭਾਅ ਬਣ ਜਾਂਦਾ। ਨਹੀਂ, ਉਹਦੇ 'ਚ ਇੱਕ ਚੀਜ਼ ਹੋਰ ਵੀ ਹੈ। ਇਹ ਜ਼ਰੂਰੀ ਨਹੀਂ ਹੁੰਦਾ ਵੀ ਜੇ ਤੁਸੀਂ ਉਸ ਰਾਹ ਦੇ ਉੱਤੇ ਹੋ ਤਾਂ ਤੁਸੀਂ ਬਾਈ ਡਿਫਾਲਟ ਲੜਾਕੂ ਬਣੋਗੇ। ਇਹੋ ਜਿਹੇ ਵੀ ਐਗਜ਼ਾਮਪਲਸ ਨੇ ਕਿ ਇਸ ਸਾਰੇ ਕੁਛ ਦੇ ਹੋਣ ਦੇ ਬਾਵਜੂਦ ਵੀ ਲੋਕ ਸਿਰ ਸੁੱਟ ਕੇ ਜੀਣਾ ਸਿੱਖ ਲੈਂਦੇ ਨੇ। ਇਹ ਖਿੱਤਾ ਇੱਕ ਇਹੋ ਜਿਹਾ ਰਿਹਾ ਕਿ ਇਹ ਉਸ ਸਿਰ ਸੁੱਟ ਕੇ ਜ਼ਿੰਦਗੀ ਜੀਣ ਵਾਲੇ ਜਿਹੜਾ ਕੰਮ ਹੈ ਉਹਨੂੰ ਕੋਈ ਬਾਹਲਾ ਤਰਜੀਹ ਨਹੀਂ ਦਿੰਦਾ। ਔਰ ਇਹਦੇ ਵਿੱਚ ਲਗਾਤਾਰ ਜਿਹੜਾ ਲੋਕਾਂ ਦਾ ਇੱਕ ਖਾਸ ਕਿਸਮ ਦਾ ਕਰੈਕਟਰ ਜਿਹੜਾ ਜਿਹਨੂੰ ਆਪਾਂ ਲਾਰਜਰ ਪਿਕਚਰ ਦੇ ਵਿੱਚ ਮੁੜ ਕੇ ਬਾਅਦ ਦੇ ਵਿੱਚ ਆਪਾਂ ਕਹਿ ਦਿੰਦੇ ਜੀ ਕਿ ਇੱਕ ਨੈਸ਼ਨਲ ਕਰੈਕਟਰ ਬਣਦਾ। ਤਾਂ ਜਿਹੜਾ ਪੰਜਾਬੀ ਨੈਸ਼ਨਲ ਕਰੈਕਟਰ ਬਣਦਾ ਉਹ ਇਸ ਕਰਕੇ ਬਣਦਾ ਕਿ ਲੋਕਾਂ ਦੇ ਅੰਦਰ ਸਿਰਫ ਇਹ ਕਾਰਨ ਕੋਈ ਵੱਡਾ ਕਾਰਨ ਨਹੀਂ ਹੈ ਵੀ ਹਮਲਾਵਰ ਆ ਰਹੇ ਆ, ਉਸ ਤੋਂ ਵੱਡਾ ਕਾਰਨ ਇਹ ਬਣਦਾ ਕਿ ਲੋਕਾਂ ਦੇ ਅੰਦਰ ਲੜਨ ਦੀ, ਜੰਗਜੂ ਹੋਣ ਦੀ ਜਿਹੜੀ ਪ੍ਰਵਿਰਤੀ ਹੁੰਦੀ ਆ, ਉਸ ਜਿਹੜੀ ਨਾਬਰਪੁਣੇ ਨੂੰ, ਉਸ ਪ੍ਰਵਿਰਤੀ ਨੂੰ ਜਿਹੜਾ ਸੈਲੀਬ੍ਰੇਟ ਕਰਨਾ। ਉਹ ਤੁਸੀਂ ਦੇਖੋ ਵੀ ਮੈਂ ਮਿਡੀਵਲ ਲਿਟਰੇਚਰ 'ਚੋਂ ਜਦੋਂ ਆਪਾਂ ਦੇਖਦੇ ਤੇ ਜਦੋਂ ਜਿਹੜਾ ਪੰਜਾਬੀ ਆਦਮੀ ਹੈ ਉਹ ਜਦੋਂ ਨਾਬਰ ਹੁੰਦਾ ਤੇ ਉਹ ਖੁਦਾ ਨੂੰ ਵੀ ਚੈਲੰਜ ਕਰਦਾ ਵੀ ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਜੱਟ ਤੋਂ ਡਰੇ ਖੁਦਾ। ਇਹ ਜਿਹੜਾ ਇਹਨੂੰ ਜੇ ਆਪਾਂ ਕਰੈਕਟਰ ਦੇ ਤੌਰ ਤੇ ਇਹਨੂੰ ਜਨਰਲਾਈਜ਼ ਕਰਕੇ ਦੇਖੀਏ ਤੇ ਇਹ ਜਿਹੜੀ ਚੀਜ਼ ਹੈ ਇਹ ਬੜੀ ਇੰਪੋਰਟੈਂਟ ਬਣਦੀ ਹੈ ਕਿ ਇਹ ਪੰਜਾਬ ਹਮੇਸ਼ਾ ਲੀਡ ਕਰੇਗਾ। ਜਦੋਂ ਗੁਰੂ ਨਾਨਕ ਸਾਹਿਬ ਆਉਂਦੇ ਨੇ ਤਾਂ ਤੁਸੀਂ ਇਹ ਦੇਖੋ ਨਾ, ਫਿਰ ਇਕਬਾਲ ਵੀ ਜਦੋਂ ਲਿਖਦੇ ਨੇ ਕਿ ਫਿਰ ਉੱਠੀ ਸਦਾ ਤੌਹੀਦ ਕੀ, ਤਾਂ ਇਹ ਪੰਜਾਬ ਤੋਂ ਜਿਹੜੀ ਆਵਾਜ਼ ਉੱਠਦੀ ਆ, ਬਾਰ-ਬਾਰ ਉੱਠਦੀ ਹੈ ਔਰ ਉੱਠਦੀ ਰਹੇਗੀ। ਉਹਨੂੰ ਕੁਝ ਟਾਈਮ ਦੇ ਲਈ ਇਹ ਜਿਹੜੀ ਗੱਲ ਆਪਾਂ ਕਰਦੇ ਵੀ ਨਸ਼ਾ, ਦੇਖੋ ਆਪਾਂ ਇਸ ਗੱਲ ਤੋਂ ਇਨਕਾਰੀ ਨਹੀਂ ਹੋ ਸਕਦੇ ਵੀ ਨਸ਼ਾ ਨਹੀਂ ਆ। ਪੰਜਾਬ ਦੇ ਵਿੱਚ ਹਿਸਟੋਰੀਕਲੀ ਨਸ਼ਾ ਹਮੇਸ਼ਾ ਰਿਹਾ ਹੈ, ਬਾਰਡਰ ਸਟੇਟ ਹੈ, ਉਹ ਨਸ਼ੇ ਦਾ ਕਰੈਕਟਰ ਤਬਦੀਲ ਹੋ ਜਾਂਦਾ ਵੀ ਉਹ ਜਿਹੜਾ ਟ੍ਰੈਡੀਸ਼ਨਲ ਨਸ਼ਾ ਸੀ ਉਹਦੇ ਤੋਂ ਸਿੰਥੈਟਿਕ ਵੱਲ ਨੂੰ ਆ ਗਿਆ। ਉਹਦੇ ਵਿੱਚ ਸਮਾਜ ਦਾ ਤਾਂ ਕੋਈ ਕਸੂਰ ਨਹੀਂ, ਉਹਦੇ ਵਿੱਚ ਤਾਂ ਸਰਕਾਰਾਂ ਤੇ ਏਜੰਸੀਆਂ ਜ਼ਿੰਮੇਵਾਰ ਨੇ। ਉਹ ਨਸ਼ਾ ਆਉਂਦਾ ਕਿੱਥੋਂ ਆ, ਉਹ ਨਸ਼ਾ ਵਿਕਦਾ ਕਿਉਂ ਆ? ਉਹ ਜਦੋਂ ਸਾਡੇ ਨੌਜਵਾਨ ਸਪਲਾਈ ਲਾਈਨ ਤੱਕ, ਤੁਸੀਂ ਸਪਲਾਈ ਲਾਈਨ ਤੋੜੋ। ਤੁਸੀਂ ਇਹ ਥੋੜਾ ਵੀ ਜਿਹੜਾ ਨਸ਼ਾ ਕਰ ਰਿਹਾ ਵਪਾਰੀ ਨੂੰ ਛੱਡ ਕੇ ਤੇ ਜਿਹੜਾ ਨਸ਼ਾ ਕਰ ਰਿਹਾ ਉਹਨੂੰ ਤੁਸੀਂ ਡੀਜਨਰੇਟ ਕਰ ਦੋ, ਉਹਨੂੰ ਲੋਕਾਂ ਦੀ ਨਜ਼ਰੇ ਉਸ ਤਰੀਕੇ ਦੇ ਨਾਲ ਪੂਰੇ ਦੇ ਪੂਰੇ ਸਮਾਜ ਨੂੰ ਜਿਹੜਾ ਉਹ ਬਣਾ ਦਿੱਤਾ ਜਾਵੇ। ਤਾਂ ਇਹ ਜਿਹੜਾ ਸੀਗਾ ਕੁਝ ਟਾਈਮ ਦੇ ਲਈ ਡੈਫੀਨੇਟਲੀ ਤੁਹਾਡੀ ਗੱਲ ਠੀਕ ਹੈ ਕਿ ਉਹ ਲੱਗਦਾ ਸੀ, ਪਰ ਹੁਣ ਜਦੋਂ ਤੁਸੀਂ ਇਸ ਪੂਰੇ ਅੰਦੋਲਨ ਦੇ ਵਿੱਚ ਜਿਹੜਾ ਉਸ ਜਾਹੋ ਜਲਾਲ ਨੂੰ ਦੇਖਦੇ ਹੋ ਤਾਂ ਉਹ ਤੁਹਾਨੂੰ ਲੱਗਦਾ ਵੀ ਸ਼ਾਇਦ ਉਹ ਪੂਰਾ ਨੈਰੇਟਿਵ ਵੀ ਗਲਤ ਜਿਹੜਾ ਬਿਲਡਅਪ ਹੋ ਰਿਹਾ ਸੀ। ਬਿਲਕੁਲ ਡਾਕਟਰ ਜਸਵੀਰ, ਤੁਹਾਡੀਆਂ ਗੱਲਾਂ ਬਹੁਤ ਸੋਚਣ ਲਾਉਣ ਵਾਲੀਆਂ, ਗੰਭੀਰਤਾਪੂਰਨ ਨੇ। ਪੰਜਾਬ ਦੀ ਕਿਸਾਨੀ ਹੈ ਜਿਹੜੀ ਜੀ, ਔਰ ਇਹਦੇ ਬਾਰੇ ਬੜੇ ਨਾਵਲ ਲਿਖੀ ਜੀ, ਬੜੀਆਂ ਕਵਿਤਾਵਾਂ ਲਿਖੀ ਜੀਆਂ, ਬੜੇ ਗੀਤ ਲਿਖੀ ਜੇ ਜੀ, ਔਰ ਇਹ ਤੋਂ ਇਲਾਵਾ ਫਿਲਮਾਂ ਵੀ ਬਣੀਆਂ।
ਠੀਕ ਹੈ ਨਾ। ਜੀ ਜੀ ਪਰੰਤੂ ਪੰਜਾਬੀ ਸਾਹਿਤ ਜਿਹੜਾ ਹੈਗਾ ਇੱਥੇ ਇਹ ਸਾਹਿਤ ਦੇ ਜਿਵੇਂ ਹੁਣ ਨਾਵਲ ਸੀਗੇ, ਜਿਹੜਾ ਜ਼ਿਮੀਦਾਰ ਖੁਦਕਸ਼ੀ ਕਰਦਾ ਹੈ, ਕਰਜ਼ੇ ਦੀ ਪੰਡ ਥੱਲੇ ਆਉਂਦਾ, ਰਾਮ ਸਰੂਪ ਪਣਖੀ ਨੇ ਬੜੇ ਸੋਹਣੇ ਨਾਵਲ ਲਿਖੇ, ਗੁਰਦਿਆਲ ਸਿੰਘ ਹੋਰਾਂ ਦੇ ਨਾਵਲ ਜਿਹੜੇ ਹੈਗੇ ਉਹ ਤੁਸੀਂ ਪੜ੍ਹ ਸਕਦੇ ਹੋ। ਜੀ ਜੀ ਤੁਸੀਂ ਇਸ ਨੂੰ ਕਿਸ ਪਰਿਪੇਖ 'ਚ ਵੇਖਦੇ ਹੋ? ਦੇਖੋ ਜੀ, ਗੱਲ ਇਹ ਹੈ ਕਿ ਜਿਹੜਾ ਕੋਈ ਖਿੱਤਾ ਹੁੰਦਾ, ਮੈਨੂੰ ਦਵਿੰਦਰ ਸਥਿਆਰਥੀ ਹੋਰਾਂ ਦੀ ਇੱਕ ਕਹਾਣੀ ਚੋਂ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤੇ ਉਹ ਸ਼ਾਇਦ ਪਾਰਟੀਸ਼ਨ ਦੇ ਹਵਾਲੇ ਨਾਲ ਕੋਈ ਕਹਾਣੀ ਸੀ, ਤੇ ਉਹਦੇ ਵਿੱਚ ਜ਼ਿਕਰ ਕਰਦੇ ਕਹਿੰਦੇ ਵੀ ਮਾਤ ਭੂਮੀ ਦੇ ਕੁਝ ਨੈਣ ਨਕਸ਼ ਹੁੰਦੇ ਨੇ। ਇਹ ਜਿਹੜਾ ਨੈਣ ਨਕਸ਼ ਆ ਇਹ ਬੜਾ ਇੰਪੋਰਟੈਂਟ ਬਣਦਾ ਵੀ ਇਹ ਨੈਣ ਨਕਸ਼, ਬੰਦੇ ਦੇ ਨੈਣ ਨਕਸ਼ ਤਾਂ ਹੋਏ, ਤੇ ਮਾਤ ਭੂਮੀ ਦੇ ਜਾਂ ਖਿੱਤੇ ਦੇ ਨੈਣ ਨਕਸ਼ ਕੀ ਹੁੰਦੇ ਨੇ। ਉਹ ਖਿੱਤੇ ਦੇ ਜਿਹੜੇ ਨੈਣ ਨਕਸ਼ ਨੇ, ਮੇਰੀ ਸਮਝ ਇਹ ਆ ਵੀ ਇੱਕ ਤਾਂ ਸੁਭਾਅ, ਦੂਜਾ ਹੈ ਲੋਕ ਕਿੱਦਾਂ, ਜਿਹੜਾ ਉਹਨਾਂ ਦਾ ਕਲਚਰ, ਰਹਿਣ ਸਹਿਣ, ਖਾਣ ਪੀਣ, ਪੁਸ਼ਾਕ, ਆਪਸੀ ਮਿਲਵਰਤਨ, ਉਹ ਰਸਮਾਂ। ਤੀਜਾ ਹੈ ਕਿ ਜਿਹੜਾ ਉਹਨਾਂ ਦੇ ਕੰਮ ਦੇ ਤੌਰ ਤਰੀਕੇ ਨੇ ਉਹ ਕੀ ਨੇ। ਤੇ ਪੰਜਾਬ ਨੂੰ ਜੇ ਆਪਾਂ ਇਹ ਦੇਖੀਏ ਵੀ ਪੰਜਾਬ ਇੱਕ ਇਹੋ ਜਿਹਾ ਖਿੱਤਾ ਕਿ ਜਿਹਨੂੰ ਕਿਸਾਨੀ ਤੋਂ ਬਿਨਾ ਤੁਸੀਂ ਉਹਦਾ ਤਸੱਵਰ ਹੀ ਨਹੀਂ ਕਰ ਸਕਦੇ। ਬਿਲਕੁਲ, ਜੇ ਮਤਲਬ ਤੁਸੀਂ ਪੰਜਾਬ ਦੇ ਉੱਪਰ ਕੁਝ ਲਿਖਣਾ, ਕਿਸੇ ਬੰਦੇ ਨੇ ਨਾਵਲ ਲਿਖਣਾ ਤੇ ਉਹ ਕਹੇ ਵੀ ਮੈਂ ਪੰਜਾਬ ਵਿੱਚ ਕਿਸਾਨੀ ਦਾ ਹਵਾਲਾ ਦਿੱਤੇ ਬਿਨਾ ਕੋਈ ਨਾਵਲ ਲਿਖਦਾ, ਉਹਨੂੰ ਮਨਫੀ ਨਹੀਂ ਕਰ ਸਕਦਾ। ਉਹ ਮਨਫੀ ਕਰ ਹੀ ਨਹੀਂ ਸਕਦੇ, ਕਿਉਂਕਿ ਇਹ ਇੰਨਾ ਕੁ ਜ਼ਿਆਦਾ ਇੰਟਰੈਂਚਡ ਆ ਡੈਫੀਨਿਟਲੀ, ਜਿਹੜਾ ਸਭ ਤੋਂ ਵੱਡਾ ਕਿੱਤਾ ਹੈ। ਔਰ ਇਹ ਦੂਜੀ ਗੱਲ ਹੈ ਕਿ ਜਿਹੜੀ ਕਿਸਾਨੀ ਆ, ਇਹ ਅੱਜ ਜਿਹੜਾ ਭੰਬਲ ਭੂਸਾ ਬਣਿਆ ਨਾ, ਉਹਦੇ ਵਿੱਚ ਇੱਕ ਜਿਹੜੀ ਗੱਲ ਸਮਝਣ ਵਾਲੀ ਹੈ ਕਿ ਕਿਸਾਨੀ ਕੋਈ ਕਿੱਤਾ ਨਹੀਂ ਹੈ। ਕਿਸਾਨੀ ਬੇਸਿਕਲੀ ਇੱਕ ਖਾਸ ਕਿਸਮ ਦਾ ਸੱਭਿਆਚਾਰ ਹੈ। ਕਿਸਾਨੀ ਇੱਕ ਖੇਤੀ, ਇੱਕ ਸੱਭਿਆਚਾਰ ਹੈ। ਠੀਕ ਹੈ, ਕਿਉਂਕਿ ਕਿਸਾਨ ਤੋਂ ਮੇਰਾ ਇਹ ਮੰਨਣਾ ਕਿ ਸਭ ਤੋਂ ਪਹਿਲਾਂ ਜਿਹੜਾ ਸਾਇੰਟਿਸਟ ਹੈ ਉਹ ਕਿਸਾਨ ਹੈ। ਬਿਲਕੁਲ, ਜਿਹੜਾ ਅਸੀਂ ਹਿਸਟਰੀ 'ਚ ਕਹਿੰਦੇ ਵੀ ਔਰਤਾਂ ਨੇ ਸਭ ਤੋਂ ਪਹਿਲਾਂ ਬੀਜ ਉਹ ਸੁੱਟਿਆ ਹੋਏਗਾ। ਤੇ ਇਹਦਾ ਮਤਲਬ ਇਹ ਕਿ ਕਿਸਾਨ ਦੀ ਤੁਸੀਂ ਉਸ ਸਪੈਕੂਲੇਸ਼ਨ ਨੂੰ ਦੇਖੋ, ਫਿਰ ਉਹਦੀ ਉਹ ਸਾਰੀ ਜਿਹੜੀ ਸਮਝ ਹੈ ਕਿ ਪਰਛਾਵੇਂ ਵੇਖ ਕੇ ਤੇ ਜਿਹੜਾ ਵਕਤ ਦੱਸਣਾ, ਤੇ ਉਹ ਅਸੀਂ ਸਿਰਫ ਅਕਲ ਨੂੰ ਡਿਗਰੀਆਂ ਦੇ ਨਾਲ ਜੋੜ ਦਿੰਦੇ ਹਾਂ, ਜਦ ਕਿ ਮੇਰਾ ਮੰਨਣਾ ਕਿ ਅਕਲ ਦਾ ਤੇ ਡਿਗਰੀ ਦਾ ਕੋਈ ਬਾਹਲਾ ਸਿੱਧਾ ਲੈਣਾ ਦੇਣਾ ਹੈ ਨਹੀਂਗਾ। ਠੀਕ ਹੈ, ਇਹ ਦੇਖੋ ਜੀ ਕਿ ਗੁਰੂ ਨਾਨਕ ਸਾਹਿਬ ਖੇਤੀ ਜਾਂ ਕਿਸਾਨੀ ਵਾਲੀ ਜਮਾਤ ਚੋਂ ਨਹੀਂ ਆ ਰਹੇ। ਗੁਰੂ ਨਾਨਕ ਸਾਹਿਬ ਆ ਰਹੇ ਨੇ ਇੱਕ ਕਮਰਸ਼ੀਅਲ ਜਿਹੜੀ ਟ੍ਰੇਡਿੰਗ ਕਲਾਸ ਹੈ। ਪਰ ਗੁਰਬਾਣੀ ਦੇ ਵਿੱਚ ਜਿਹੜਾ ਮੈਟਾਫਰ ਆ ਖੇਤੀ ਦੇ ਲਈ, ਤੁਸੀਂ ਜਾਂ ਜਿਸ ਕਿਸਮ ਦੀ ਰੀਡਿੰਗ ਹੈ ਖੇਤੀ ਦੀ, ਉਹ ਤੁਸੀਂ ਦੇਖੋ ਵੀ ਉੱਤਮ ਖੇਤੀ ਮੱਧਮ ਵਪਾਰ, ਮਤਲਬ ਖੇਤੀ ਨੂੰ ਸਭ ਤੋਂ ਉੱਤਮ ਮੰਨਿਆ ਗਿਆ। ਨਿਖਿੱਧ ਨੌਕਰੀ, ਭੀਖ ਗਵਾਰ। ਤੇ ਇਹ ਜਿਹੜੇ ਇਹ ਤੁਸੀਂ ਦੇਖੋ ਵੀ ਜਿਹੜਾ ਨੌਕਰੀ ਆ, ਇਹ ਹੁਣ ਤੁਸੀਂ ਇਹ ਸਾਰੀ ਇਸ ਹਿਊਮਨ ਐਵੋਲੂਸ਼ਨ ਨੂੰ ਦੇਖੋ ਵੀ ਕਿੱਦਾਂ ਚੇਂਜ ਹੋ ਰਿਹਾ, ਵੀ ਅੱਜ ਦੀ ਡੇਟ 'ਚ ਸਭ ਤੋਂ ਬੈਸਟ ਜਿਹੜਾ ਉਹ ਨੌਕਰੀ ਮੰਨੀ ਜਾ ਰਹੀ ਹੈ। ਠੀਕ ਹੈ, ਤੇ ਖੇਤੀ ਜਿਹੜੀ ਆ ਸਭ ਤੋਂ ਪਿੱਛੇ ਚਲੇਗੀ। ਠੀਕ ਹੈ, ਉਸ ਵੇਲੇ ਜਿਹੜਾ ਜਦੋਂ ਗੁਰੂ ਨਾਨਕ ਸਾਹਿਬ ਇਹਨੂੰ ਦੇਖ ਰਹੇ, ਉਹ ਖੇਤੀ ਨੂੰ ਉੱਤਮ ਮੰਨਦੇ ਨੇ। ਉੱਤਮ ਕਿਉਂ ਮੰਨਦੇ ਨੇ? ਉੱਤਮ ਇਸੇ ਕਰਕੇ ਮੰਨਦੇ ਨੇ ਵੀ ਇਹ ਕਿਰਤ ਨਾਲ ਚੀਜ਼ ਜੁੜੀ ਹੋਈ ਚੀਜ਼ ਹੈ। ਉੱਤਮ ਇਸ ਕਰਕੇ ਮੰਨਦੇ ਨੇ ਕਿ ਜਿਹੜੀ ਸਿਰਫ ਆਪਣੇ ਲਈ ਨਹੀਂ, ਦੂਜਿਆਂ ਲਈ ਵੀ ਬਰਾਬਰ ਹੀ ਤੁਸੀਂ ਜਿਹੜਾ ਉਹ ਅੰਨ ਪੈਦਾ ਕਰ ਰਹੇ ਹੋ। ਤਾਂ ਇਸ ਕਰਕੇ ਜਿਹੜਾ ਖੇਤੀ ਨੂੰ ਮੈਂ ਤਾਂ ਹੀ ਕਿਹਾ ਵੀ ਖੇਤੀ ਸਿਰਫ ਇੱਕ ਕਿੱਤੇ ਦੇ ਰੂਪ ਦੇ ਵਿੱਚ ਨਾ ਇਹਨੂੰ ਵੇਖੋ। ਖੇਤੀ ਇੱਕ ਸੱਭਿਆਚਾਰ ਹੈ, ਖੇਤੀ ਇੱਕ ਜੀਵਨ ਜਾਚ ਹੈ। ਠੀਕ ਹੈ, ਔਰ ਉਸ ਜੀਵਨ ਜਾਚ, ਉਹ ਸਾਰੀ ਦੀ ਸਾਰੀ ਜਿਹੜੀ ਜੀਵਨ ਜਾਚ ਆ, ਉਹ ਖੇਤਾਂ ਦੇ ਦੁਆਲੇ, ਉਹ ਫਸਲਾਂ ਦੇ ਦੁਆਲੇ, ਤੇ ਉਹ ਜਿਹੜਾ ਉਹ ਖੇਤਾਂ ਦੀਆਂ ਵੱਟਾਂ ਤੇ ਫਸਲਾਂ ਦੇ ਸੀਜ਼ਨ, ਤੇ ਉੱਦਾਂ ਦੇ ਹੀ ਫਿਰ ਤੁਸੀਂ ਦੇਖੋ ਵੀ ਐਕਸਪ੍ਰੈਸ਼ਨ ਜਿਹੜੇ ਨੇ ਉਹ ਪੰਜਾਬੀ ਲੈਂਗੁਏਜ ਦੇ ਲਿਟਰੇਚਰ ਤੇ ਸੱਭਿਆਚਾਰ ਦੇ ਵਿੱਚ, ਉਹ ਸਾਰੀ ਦੀ ਸਾਰੀ ਸਮਝ ਜਿਹੜੀ ਆ ਉਹ ਉੱਥੇ ਆ ਕੇ ਬਣਦੀ ਹੈ। ਠੀਕ ਹੈ ਨਾ। ਤਾਂ ਇਹ ਜਿਹੜਾ ਹੁੰਦਾ ਨਾ ਵੀ ਕਿਸੇ ਤੁਸੀਂ ਖਿੱਤੇ ਨੂੰ ਜਾਂ ਕਿੱਤੇ ਨੂੰ ਕਿੱਦਾਂ ਸਮਝਦੇ ਹੋ, ਤੇ ਇਹ ਤੁਸੀਂ ਇੱਥੇ 20ਵੀਂ ਸਦੀ 'ਚ ਆ ਕੇ ਦੇਖੋ ਵੀ ਜਦੋਂ ਪਾਸ਼ ਵੀ ਕਹਿੰਦਾ ਵੀ ਮੇਰੇ ਲਈ ਭਾਰਤ ਦੇ ਅਰਥ ਕਿਸੇ ਦੁਸ਼ਯੰਤ ਨਾਲ ਸੰਬੰਧਿਤ ਨਹੀਂ ਹੈ, ਮੇਰੇ ਲਈ ਭਾਰਤ ਦੇ ਅਰਥ ਜਿਹੜੇ ਨੇ ਖੇਤਾਂ ਨਾਲ ਸੰਬੰਧ ਰੱਖਦੇ ਨੇ, ਜਿੱਥੇ ਫਸਲਾਂ ਉਗਦੀਆਂ ਨੇ, ਜਿੱਥੇ ਸੰਨਾਂ ਲੱਗਦੀਆਂ। ਅਸੀਂ ਖੇਤਾਂ ਦੇ ਪੁੱਤ ਹਾਂ, ਅਸੀਂ ਖੇਤਾਂ ਦੇ ਪੁੱਤ ਹਾਂ। ਇਹ ਜਿਹੜੀ ਸਾਰੀ ਸਮਝ ਹੈ, ਇਹ ਕਿਤੇ ਨਾ ਕਿਤੇ ਇਹਨੂੰ ਹਿਸਟੋਰੀਕਲੀ ਸਮਝਣਾ ਪਏਗਾ ਵੀ ਇਹ ਜਿਹੜਾ ਸਾਰਾ ਕ੍ਰਾਈਸਿਸ ਆ, ਇਹ ਇਸ ਕਿਸਮ ਦੀ ਸਮਝ ਤੋਂ ਵੀ ਜਿੱਥੇ ਖੇਤੀ ਨੂੰ ਉੱਤਮ ਮੰਨਿਆ ਜਾ ਰਿਹਾ, ਤੇ ਉਦੋਂ ਬਾਅਦ ਜਿਹੜਾ ਅੱਜ ਦੀ ਡੇਟ ਜਿਹੜੀ ਕਾਰਪੋਰੇਟ ਲੁੱਟ ਦੇ ਵਿੱਚ ਖੇਤੀ ਨੂੰ ਕਿੱਦਾਂ ਦੇਖਿਆ ਜਾ ਰਿਹਾ, ਵੀ ਇਹ ਆਲ ਆਫ ਸਡਨ ਜਿਹੜਾ ਕਾਰਪੋਰੇਟ ਵਰਲਡ ਆ, ਉਹ ਖੇਤੀ ਬਾਰੇ ਇੰਨਾ ਕਿਉਂ ਉਤਾਵਲਾ ਹੋ ਗਿਆ ਵੀ ਇਹਨੂੰ ਕੈਪਚਰ ਕਰ ਲਈਏ। ਕਿਉਂਕਿ ਇਹ ਸਾਰਾ ਮਸਲਾ ਜਿਹੜਾ ਖੇਤੀ ਬਿੱਲਾਂ ਦਾ, ਇਹ ਕਾਰਪੋਰੇਟ ਵਰਲਡ ਦਾ ਖੇਤੀ ਨੂੰ ਕੈਪਚਰ ਕਰਨ ਤੇ ਆ, ਜਿਹੜਾ ਮੌਜੂਦਾ ਕ੍ਰਾਈਸਿਸ ਦੇ ਵਿੱਚੋਂ ਜਿਹੜੀ ਸਿਚੁਏਸ਼ਨ ਜਿਹੜੀ ਆ ਉਹ ਨਿਕਲੀ ਆ। ਤੋ ਜਿਹੜਾ ਤੁਸੀਂ ਲਿਟਰੇਚਰ ਦੀ ਗੱਲ ਕਰਦੇ ਹੋ ਵੀ ਇਹ ਕਿਸਾਨੀ ਦਾ, ਤੇ ਮੈਂ ਮੇਰਾ ਇਹ ਆ ਵੀ ਜਿਵੇਂ ਜਿਵੇਂ ਕਿਸਾਨੀ ਜੀਵਨ ਇਵੋਲਵ ਹੋਏਗਾ, ਉਵੇਂ ਉਵੇਂ ਜਿਹੜਾ ਹੈ ਉਸ ਤੁਹਾਡਾ ਲਿਟਰੇਚਰ,
ਉਹਦੇ ਵਿੱਚ ਕਿਸਾਨੀ ਦੀ ਪ੍ਰੈਜੈਂਟੇਸ਼ਨ ਵੀ ਜਿਹੜੀ ਉਹ ਤਬਦੀਲ ਹੋਏਗੀ। ਵੀ ਜਦੋਂ ਗੁਰੂ ਨਾਨਕ ਸਾਹਿਬ ਲਿਖ ਰਹੇ ਨੇ ਜਾਂ ਜਿਹੜਾ ਉਸ ਵੇਲੇ ਮਡੀਵਲ ਜਿਹੜੇ ਸਾਡੇ ਸੂਫੀ ਸੰਤ ਜਦੋਂ ਕਿਸਾਨੀ ਬਾਰੇ ਦੇਖਣਗੇ ਤੇ ਉਹ ਇੱਕ ਵੱਖਰੀ ਕਿਸਮ ਦਾ ਵਰਲਡ ਵਿਊ ਉਹਨਾਂ ਦਾ ਹੋਏਗਾ। ਉਹ ਇੱਕ ਕਿਸਮ ਦੀ ਸੈਲੀਬ੍ਰੇਸ਼ਨ ਹੈ, ਇੱਕ ਸੈਂਸ ਆਫ ਰਿਸਪੈਕਟ ਹੈ। ਫਿਰ ਇੱਕ ਸਟੇਜ ਤੇ ਆ ਕੇ ਇੱਦਾਂ ਦਾ ਹੋਏਗਾ ਵੀ ਜਦੋਂ ਪਿੰਡਾਂ ਨੂੰ ਅਸੀਂ ਜਿੱਦਾਂ ਪਹਿਲਾਂ ਕਿਹਾ ਸੀ ਵੀ ਕਿਸਾਨੀ ਤੋਂ ਬਿਨਾਂ, ਕਿਉਂਕਿ ਜਿਹੜਾ ਅੱਜ ਤੱਕ ਮੈਟਾਫੋਰ ਦਿਮਾਗ ਚੋਂ ਨਹੀਂ ਨਿਕਲਦਾ 8ਵੀਂ 10ਵੀਂ 'ਚ ਜਿਹੜਾ ਉਹ ਨਾਵਲ ਪੜ੍ਹਿਆ ਸੀ ਤੂਤਾਂ ਵਾਲਾ ਖੂਹ, ਦੇਖੋ ਕਮਾਲ ਦਾ ਕਿਸਾਨੀ ਜੀਵਨ ਦਾ ਵਿਵਰਣ ਜਿਹੜਾ ਸੋਹਣ ਸਿੰਘ ਸੀਤਲ ਭਰ ਗਿਆ ਉਹ ਨਹੀਂ। ਤੇ ਉਦੋਂ ਬਾਅਦ ਜਦੋਂ ਫਿਰ ਇਹ ਜਿਹੜਾ ਆਜ਼ਾਦੀ ਆਏਗੀ, ਹਰੀ ਕ੍ਰਾਂਤੀ ਆਏਗੀ, ਫਿਰ ਉਦੋਂ ਬਾਅਦ ਗੁਰਦਿਆਲ ਸਿੰਘ ਦੇ ਨਾਵਲ ਆ ਗਏ, ਪਰਸਾ, ਮੜੀ ਦਾ ਦੀਵਾ, ਠੀਕ ਹੈ। ਫਿਰ ਜਿਹੜਾ ਅਗਲਾ ਕ੍ਰਾਈਸਿਸ ਹੈ ਜਿਹੜਾ ਜਦੋਂ ਆਪਾਂ ਲੱਗਦਾ ਵੀ ਇਹ ਜਦੋਂ ਕਿਸਾਨ ਜਿਹੜਾ ਇਹ ਕਿੱਦਾਂ ਕਰਜ਼ੇ ਦੇ ਵਿੱਚ ਫਸ ਜਾਂਦਾ ਹੈ ਤੇ ਫਿਰ ਉਸ ਕਰਜ਼ੇ ਦੇ ਵਿੱਚੋਂ ਜਿਹੜੀ ਅੱਜ ਦੀ ਡੇਟ 'ਚ ਇੱਕ ਬੜਾ ਵੱਡਾ ਕ੍ਰਾਈਸਿਸ ਬਣਿਆ ਹੋਇਆ ਸੁਈਸਾਈਡਸ ਵਾਲਾ, ਜਿਹੜਾ ਫਾਰਮਰ ਸੁਈਸਾਈਡਸ ਵਾਲਾ, ਉਹਦੇ ਉੱਪਰ ਸਾਡੇ ਕੋਲੇ ਬਹੁਤ ਵੱਡਾ ਲਿਟਰੇਚਰ ਹੈ। ਚਾਹੇ ਉਹ ਰਾਮ ਸਰੂਪ ਅਨਖੀ ਉਹਨਾਂ ਦੇ ਜਿਹੜੇ ਨਾਵਲ ਨੇ, ਆਪਣਾ ਕਾਫੀ ਨਾਵਲ ਉਹਨਾਂ ਦੇ, ਸਲਫਾਸ ਹੈ, ਔਰ ਕਰਮਜੀਤ ਕੁੱਸਾ ਦੇ ਨਾਵਲ ਨੇ, ਕਣਕਾਂ ਦਾ ਕਤਲ, ਸਿੰਘ ਦਾ ਆਖਰੀ ਨਾਵਲ ਆਹਣ ਵੀ ਇਹਦੇ ਤੇ ਹੀ ਹੈ। ਤੇ ਮਤਲਬ ਕਹਿਣ ਦਾ ਮਤਲਬ ਕਿ ਉਹ ਜਿਵੇਂ ਜਿਵੇਂ ਉਹ ਹੋਏਗਾ ਉਹ ਧੁਰਾ ਜਿਹੜਾ ਕਿਸਾਨੀ ਰਹੇਗੀ। ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਅੱਜ ਇੱਕ ਬੜਾ ਉੱਥੇ ਮੋਰਚੇ ਨੂੰ ਲੈ ਕੇ ਤੇ ਇੱਕ ਡਿਵੀਸਿਵ ਕਿਸਮ ਦਾ ਪ੍ਰੋਪੇਗੈਂਡਾ ਨਾ ਵੀ ਸਿਰਫ ਕਿਸਾਨ ਦੀ ਗੱਲ ਕਿਉਂ ਹੋ ਰਹੀ। ਉੱਥੇ ਇਹ ਸਮਝਣਾ ਬਣਦਾ ਵੀ ਕਿਸਾਨ ਨੂੰ ਜਦੋਂ ਅਸੀਂ ਕਹਿ ਦਿੰਦੇ ਹਾਂ ਉੱਥੇ ਸਿਰਫ ਇੱਕ ਜਮਾਤ ਦੀ ਗੱਲ ਨਹੀਂ ਹੋ ਰਹੀ, ਉਹਦੇ ਨਾਲ ਜੁੜਿਆ ਪੂਰਾ ਦਾ ਪੂਰਾ ਪੇਂਡੂ ਭਾਈਚਾਰਾ। ਕਿਉਂਕਿ ਤੁਸੀਂ ਇਹ ਦੇਖੋ ਨਾ ਵੀ ਜਦੋਂ ਸੰਤਰਾਮ ਉਦਾਸੀ ਵਰਗਾ ਪੋਇਟ ਲਿਖਦਾ ਹੈ ਵੀ ਗਲ ਰੱਗ ਕੇ ਸੀਰੀ ਦੇ ਜੱਟ ਰੋਵੇ ਤੇ ਬੋਲਾਂ ਵਿੱਚੋਂ ਨੀਲ ਵਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਮਿੱਟੀ ਵਿੱਚੋਂ ਪੁੱਤ ਜੱਗਿਆ। ਇਹ ਜਿਹੜਾ ਹੈਗਾ ਇਹ ਸਾਰੇ ਦਾ ਸਾਰਾ ਇੱਕ ਕਿਸਾਨੀ ਇੱਕ ਸਾਈਟ ਬਣਦੀ ਆ, ਇੱਕ ਕੇਂਦਰ ਬਿੰਦੂ ਬਣਦਾ ਜਿੰਦੇ ਦੁਆਲੇ ਸਾਰਾ ਪੇਂਡੂ ਭਾਈਚਾਰਾ ਜਿਹੜਾ ਉਹ ਘੁੰਮਦਾ। ਇਸੇ ਕਰਕੇ ਜਿਹੜਾ ਅੱਜ ਇਕਜੁੱਟਤਾ ਨਜ਼ਰ ਆ ਰਹੀ ਹੈ ਨਾ, ਪੂਰੀਆਂ ਕੋਸ਼ਿਸ਼ਾਂ ਜਿਹੜੀਆਂ ਇਹ ਫਿਰਕੂ ਤਾਕਤਾਂ ਤੇ ਸਾਰਾ ਕੁਝ ਲਾਉਣ ਦੇ ਬਾਵਜੂਦ ਵੀ ਉਹ ਭਾਈਚਾਰਾ ਟੁੱਟਦਾ ਅੱਜ ਦੀ ਡੇਟ ਤੱਕ ਤਾਂ ਨਜ਼ਰ ਨਹੀਂ ਆਉਂਦਾ, ਜਿੰਨੇ ਵੀ ਦਿਨ ਹੁਣ ਤੱਕ ਇਸ ਮੋਰਚੇ ਨੂੰ ਹੋ ਗਏ ਆ। ਤੋ ਇਸ ਕਰਕੇ ਇਹ ਜਿਹੜਾ ਪੰਜਾਬੀ ਸਾਹਿਤ ਆ ਉਹ ਜਿਹੜਾ ਲੇਟਰ ਫੇਜ਼ ਦੇ ਵਿੱਚ ਜਿਹੜੀ ਮੇਰੀ ਸਮਝ ਬਣਦੀ ਆ ਵੀ ਜਦੋਂ ਖਾਸ ਤੌਰ ਤੇ ਜਿਹੜਾ ਪੋਸਟ ਮਾਡਰਨ ਫੇਜ਼ ਆ ਉਹਦੇ ਵਿੱਚ ਜਿਹੜਾ ਸ਼ਿਫਟ ਹੈ ਪੰਜਾਬੀ ਲਿਟਰੇਚਰ ਦਾ ਉਹ ਅਰਬਨ ਸੈਂਟਰਿਕ ਹੈ। ਉਸ ਤੋਂ ਪਹਿਲਾਂ ਤਾਂ ਲਗਾਤਾਰ ਹੀ ਸਾਰੇ ਦਾ ਸਾਰਾ ਲਿਟਰੇਚਰ ਦਾ ਜਿਹੜਾ ਫੋਕਸ ਹੈ ਉਹ ਤੁਹਾਡਾ ਰੂਰਲ ਸੈਂਟਰਿਕ ਰਹਿੰਦਾ। ਡਾਕਟਰ ਜਸਵੀਰ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ। ਇੱਕ ਬ੍ਰੇਕ ਤੋਂ ਬਾਅਦ ਜਲਦੀ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ, ਜੁੜੇ ਰਹਿਣਾ ਸਾਡੇ ਨਾਲ। ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹਾਂ ਡਾਕਟਰ ਜਸਵੀਰ ਦੇ ਨਾਲ ਗੱਲਾਂ ਬਾਤਾਂ ਕਰਨ ਲਈ। ਔਰ ਕੋਲ ਬਹਿ ਕੇ ਸੁਣ ਸੱਜਣਾ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਕਨਸੈਪਟ ਕੀ ਹੈ, ਕਿਸਾਨੀ ਘੋਲ, ਲੋਕ ਕਲਾਵਾਂ, ਸਾਹਿਤ ਤੇ ਸੱਭਿਆਚਾਰ ਬਾਰੇ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰ ਰਹੇ। ਡਾਕਟਰ ਸਾਹਿਬ, ਪੰਜਾਬੀ ਸਾਹਿਤ, ਸੱਭਿਆਚਾਰ ਤੇ ਸਾਡੀਆਂ ਅਮੀਰ ਪਰੰਪਰਾ ਹੈ ਲੋਕ ਕਲਾਵਾਂ ਦੀ, ਔਰ ਇਹਦਾ ਜਦੋਂ ਇਤਿਹਾਸਕ ਸੰਦਰਭ 'ਚ ਅਸੀਂ ਝਾਤੀ ਮਾਰਦੇ ਹਾਂ ਜਾਂ ਪਿਛਲ ਝਾਤ ਪਾਉਂਦੇ ਹਾਂ ਤਾਂ ਇਹਨੂੰ ਕਿੱਥੇ ਕੁ ਖੜਾ ਦੇਖਦੇ ਹਾਂ ਇਤਿਹਾਸ ਵਿੱਚ ਸਾਡੇ ਸੱਭਿਆਚਾਰ ਨੂੰ ਤੇ ਸਾਡੇ ਲੋਕ ਕਲਾਵਾਂ ਨੂੰ, ਜਿੰਨੀਆਂ ਵੀ ਸਮੁੱਚੇ ਰੂਪ 'ਚ ਦ੍ਰਿਸ਼ਟੀਗੋਚਰ ਹੁੰਦੀਆਂ। ਦੇਖੋ ਨਿੰਦਰ ਜੀ, ਇੱਦਾਂ ਹੈ ਕਿ ਜਦੋਂ ਇਤਿਹਾਸ ਲਿਖਿਆ ਜਾਂਦਾ ਤੇ ਇਤਿਹਾਸ ਬੇਸਿਕਲੀ ਦੋ ਤਰੀਕਿਆਂ ਦੇ ਨਾਲ ਜਾਂ ਦੋ ਸ਼ੇਡਸ ਹੁੰਦੀਆਂ ਪ੍ਰੋਮੀਨੈਂਟਲੀ ਜਿਹੜੀਆਂ ਆਪਾਂ ਨੂੰ ਨਜ਼ਰ ਆਉਂਦੀਆਂ। ਇੱਕ ਇਤਿਹਾਸ ਉਹ ਵੀ ਜਿਹੜਾ ਲੰਬਾ ਸਮਾਂ ਇਤਿਹਾਸ ਰਿਹਾ, ਜਿਹੜਾ ਰਾਜੇ ਰਾਣੀਆਂ ਦਾ ਇਤਿਹਾਸ ਤੇ ਯੁੱਧਾਂ ਦਾ ਇਤਿਹਾਸ, ਲੜਾਈਆਂ ਦਾ ਇਤਿਹਾਸ ਤੇ ਜਿਹੜੇ ਵੱਡੇ ਵੱਡੇ ਨਾਇਕ ਤੇ ਵੱਡੇ ਵੱਡੇ ਮੁਲਕਾਂ ਦਾ ਤੇ ਉਹ ਉਸ ਕਿਸਮ ਦਾ ਇਤਿਹਾਸ। ਦੂਜਾ ਇਤਿਹਾਸ ਹੁੰਦਾ ਜਿਹਨੂੰ ਅਸੀਂ ਲੋਕਾਂ ਦਾ ਇਤਿਹਾਸ ਕਹਿੰਦੇ, ਲੋਕ ਇਤਿਹਾਸ ਕਹਿੰਦੇ, ਸਬਾਲਟਰਨ ਹਿਸਟਰੀ ਜਿਹਨੂੰ ਅੱਜ ਕੱਲ੍ਹ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਤੁਸੀਂ ਕਿਵੇਂ ਚਿੱਤਰਦੇ ਹੋ। ਜਿਹੜਾ ਕਿ ਅਸਲ ਇਤਿਹਾਸ ਇਹ ਹੁੰਦਾ ਜਿਹੜਾ ਲੰਬੇ ਸਮੇਂ ਤੱਕ ਜਿਹੜਾ ਜੇਤੂ ਤਾਕਤਾਂ ਦਾ ਇਤਿਹਾਸ ਪੜ੍ਹਨਾ ਪੜ੍ਹਾਉਣਾ, ਉਹ ਲਿਖਿਆ ਜਾਣਾ, ਉਹ ਬੇਸਿਕਲੀ ਇੱਕ ਕਿਸਮ ਦੀ ਆਪਣੀ ਕਿਸਮ ਦੀ ਐਕਟੀਵਿਟੀ ਸੀਗੀ ਜਾਂ ਉਹ ਸਮੇਂ ਦੇ ਮੁਤਾਬਕ ਸੀਗੀ। ਉਹ ਹੁਣ ਉਹ ਸਾਰੀਆਂ ਐਵੇਨਿਊਜ਼ ਐਗਜ਼ੌਸਟ ਹੋ ਚੁੱਕੀਆਂ ਨੇ ਲਗਭਗ, ਠੀਕ ਹੈ, ਕੰਟੈਂਪਰੇਰੀ ਵਰਲਡ ਨੂੰ ਛੱਡ ਕੇ। ਹੁਣ ਅਗਲੀ ਗੱਲ ਇਹ ਆਉਂਦੀ ਹੈ ਵੀ ਕਿਉਂਕਿ
ਇਤਿਹਾਸ ਦੇ ਵਿੱਚ ਅਸਲੀ ਤਾਕਤ ਤਾਂ ਲੋਕ ਹੁੰਦੇ ਨੇ। ਜੀ ਜਿਹੜੀ ਸਭ ਤੋਂ ਵੱਡੀ ਤਾਕਤ ਹੁੰਦੀ ਉਹ ਲੋਕ ਹੁੰਦੀ ਹੈ, ਲੋਕਾਈ ਹੁੰਦੀ ਹੈ। ਵੱਡਾ ਹਿੱਸਾ ਜਿਹੜਾ ਉਹ ਤੁਹਾਡੀ ਡੈਮੋਗ੍ਰਾਫੀ ਜਿਹੜੀ ਆ ਉਹ ਲੋਕ ਹੁੰਦੇ ਨੇ। ਤੇ ਲੋਕਾਂ ਨੂੰ ਜਦੋਂ ਤੁਸੀਂ ਲੋਕਾਂ ਦੇ ਬਾਰੇ ਲਿਖਣਾ ਤੇ ਲੋਕ ਤਾਂ ਫਿਰ ਉਸ ਕਿਸਮ ਦੀ ਜਿਹੜੀ ਓਫੀਸ਼ੀਅਲ ਕਿਸਮ ਦੀ ਹਿਸਟਰੀ ਹੁੰਦੀ ਆ, ਜਿਹੜਾ ਇੱਕ ਸਰਕਾਰੀ ਕਿਸਮ ਦਾ ਇਤਿਹਾਸ ਹੁੰਦਾ ਹੈ, ਗਜਟ ਜਿਹੜੇ ਹੁੰਦੇ ਨੇ, ਗੈਜਟੀਅਰਸ ਨੇ, ਜਾਂ ਜਿਹੜਾ ਤੁਹਾਡੀਆਂ ਸਰਕਾਰੀ ਰਿਪੋਰਟਸ ਦੇ ਆਧਾਰ ਤੇ, ਉਹਦੇ ਵਿੱਚ ਲੋਕ ਤਾਂ ਮਨਫੀ ਹੁੰਦੇ ਨੇ। ਫਿਰ ਸਵਾਲ ਇਹ ਪੈਦਾ ਹੁੰਦਾ ਵੀ ਫਿਰ ਉਹ ਇਤਿਹਾਸ ਕਿੱਥੇ ਪਿਆ, ਜਿਹਨੂੰ ਲੋਕਾਂ ਦਾ ਇਤਿਹਾਸ ਆਪਾਂ ਕਹਿ ਸਕਦੇ ਹਾਂ ਵੀ, ਜਾਂ ਇਹ ਜਿਹੜੀ ਰੀਕਨਸਟਰਕਸ਼ਨ ਆ ਪਾਸਟ ਦੀ ਇਤਿਹਾਸ ਦੀ, ਉਹ ਕਿੱਥੇ ਆ। ਉਹ ਫਿਰ ਜਿਹੜਾ ਤੁਹਾਨੂੰ ਆਲਟਰਨੇਟਿਵ ਸੋਰਸਿਸ ਦੇ ਵਿੱਚ ਜਾਣਾ ਪੈਂਦਾ। ਮਤਲਬ ਇਹ ਥੋੜਾ ਜਿਹਾ ਟੈਕਨੀਕਲੀ ਜੇ ਇਹਨੂੰ ਇਦਾਂ ਦੇਖਿਆ ਜਾਵੇ, ਉਹ ਆਲਟਰਨੇਟਿਵ ਸੋਰਸਿਸ ਹੁੰਦੇ ਨੇ ਸਾਹਿਤ, ਲੋਕ ਸਾਹਿਤ, ਤੁਹਾਡਾ ਸੰਗੀਤ, ਤੁਹਾਡੀਆਂ ਪਰੰਪਰਾਵਾਂ ਜਿਨ੍ਹਾਂ ਫੋਕ ਲੀਜੈਂਡਸ, ਇਹ ਸਾਰਾ ਲੋਕਧਾਰਾ, ਇਹ ਸਾਰੇ ਦਾ ਸਾਰਾ ਤੁਹਾਨੂੰ ਉੱਥੋਂ ਫਿਰ ਇਤਿਹਾਸ ਕੱਢਣਾ ਪੈਂਦਾ। ਜਿੱਦਾਂ ਹੁਣ ਜੇ ਆਪਾਂ ਕਹੀਏ ਵੀ ਤੁਸੀਂ ਜਿਹੜਾ ਕਿਸੇ ਟਾਈਮ ਜੇ ਮਿਡੀਵਲ ਪੰਜਾਬ ਨੂੰ ਦੇਖਣਾ, ਤੇ ਉਹਦੇ ਵਿੱਚ ਫਿਰ ਵਾਰਿਸ ਸ਼ਾਹ ਤੋਂ ਬਿਨਾਂ ਤੁਹਾਡੀ ਗੱਲ ਬਣਦੀ ਨਹੀਂ। ਠੀਕ ਹੈ, ਉਹਦੇ 'ਚ ਫਿਰ ਬਾਬਾ ਫਰੀਦ ਦੀ ਬਾਣੀ ਤੋਂ ਬਿਨਾਂ ਗੱਲ ਬਣਦੀ ਨਹੀਂ, ਬੁੱਲੇ ਸ਼ਾਹ ਦੀਆਂ ਕਾਫੀਆਂ, ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਬਿਨਾਂ ਤੁਸੀਂ ਪੰਜਾਬ ਨੂੰ ਚਿੱਤਰ ਨਹੀਂ ਸਕਦੇ ਵੀ ਲੋਕ ਕਿਉਂਕਿ ਇੱਕ ਜਿਹੜਾ ਉੱਪਰੋਂ ਲਿਖਿਆ ਜਾ ਰਿਹਾ ਇਤਿਹਾਸ ਹੈ, ਉਹ ਹੁੰਦਾ ਵੀ ਉੱਪਰੋਂ ਏਰੀਅਲ ਵਿਊ। ਠੀਕ ਹੈ, ਜਿਹੜਾ ਜਿਹਨੂੰ ਹਿਸਟਰੀ ਫਰੋਮ ਬਿਲੋ ਕਿਹਾ ਜਾਂਦਾ, ਉਹ ਇਹਨਾਂ ਸੋਰਸਿਸ ਦੇ ਵਿੱਚੋਂ ਨਿਕਲਦਾ। ਕਿੰਨੇ ਕੁ ਲੋਕ ਜਾਣਦੇ, ਕਿਉਂਕਿ ਦੇਖੋ ਜਿਹੜੀ ਲੋਕਾਂ ਦਾ ਇਤਿਹਾਸ ਹੁੰਦਾ, ਉਹ ਲੋਕ ਆਪ ਲਿਖਦੇ ਨੇ ਜਾਂ ਕੁਛ ਜਿਹੜਾ ਇੱਕ ਲੀਡ ਲੈਂਦਾ, ਉਹਨਾਂ ਦੇ ਅੰਦਰ ਇੱਕ ਐਲੀਟ ਬਣਦਾ, ਉਹ ਲਿਖਦਾ, ਉਹ ਕਵੀ ਹੋ ਸਕਦਾ। ਠੀਕ ਹੈ ਨਾ, ਜਿੱਦਾਂ ਹੁਣ ਤੁਸੀਂ ਆਪਾਂ ਆਮ ਤੌਰ ਤੇ ਵੀ ਮਿਡੀਵਲ ਪੰਜਾਬ ਦੇ ਵਿੱਚ ਦੇਖਦੇ ਹਾਂ ਵੀ ਯੁੱਧ ਹੋਏ, ਨਾਦਰ ਸ਼ਾਹ ਦੀ ਲੜਾਈ ਆ, ਜਾਂ ਨਾਦਰ ਸ਼ਾਹ ਹਮਲਾ ਕਰਦਾ, ਤੇ ਨਾਦਰ ਸ਼ਾਹ ਦੇ ਹਮਲੇ ਦੀਆਂ ਜਿਹੜੀਆਂ ਬਾਰੀਕੀਆਂ ਤੇ ਪੰਜਾਬ ਦਾ ਉਹਦੇ ਵਿੱਚ ਰਿਸਪੌਂਸ, ਪੰਜਾਬ ਉਹਨੂੰ ਕਿੱਦਾਂ ਰਿਸਪੌਂਡ ਕਰਦਾ, ਪੰਜਾਬ ਦਾ ਮਤਲਬ ਇੱਥੇ ਵੱਖ-ਵੱਖ ਲੋਕ ਨੇ, ਮੋੜਵਾਂ ਜਵਾਬ। ਉਹਦੇ ਵਿੱਚ ਨਜਾਬਤ ਦੀ ਵਾਰ 'ਚ ਤੁਹਾਨੂੰ ਪਤਾ ਲੱਗਦਾ ਵੀ ਇੱਕ ਹਿੰਦੂ ਸੰਨਿਆਸੀ ਭੂਪਤ ਨਾਥ, ਉਹ ਤੇ ਉਹਦੇ ਚੇਲੇ ਜਿਹੜੇ ਨੇ, ਉਹ ਨਾਦਰ ਸ਼ਾਹ ਦੇ ਜਿਹੜਾ 2200 ਬੰਦਾ ਬੁਰਜਾਂ ਨਾਲ ਕੁੱਟ-ਕੁੱਟ ਕੇ ਮਾਰ ਦਿੰਦੇ ਆ, ਵੀ ਉਹ ਜਿਹੜੀ ਜੰਗਜੂ। ਫਿਰ ਜਿਹੜਾ ਪੰਜਾਬ ਦਾ ਲਫ਼ਜ਼ ਜਿਹੜਾ ਉਹਦੇ ਵਿੱਚ ਵਾਰ ਦੇ ਵਿੱਚ ਆਉਂਦਾ ਹੈ, ਨਾਦਰ ਸ਼ਾਹ ਦੀ ਵਾਰ ਦੇ ਵਿੱਚ, ਤੇ ਇਹ ਜਿਹੜੀਆਂ ਜਦੋਂ ਆਪਾਂ, ਕਿਉਂਕਿ ਜਿਹੜੀ ਓਫੀਸ਼ੀਅਲ ਹਿਸਟਰੀ ਆ ਉਹਦੇ ਵਿੱਚ ਕਹਿ ਸਕਦੇ ਹਾਂ ਕਿ ਜਿਹੜਾ ਬੜਾ ਕੋਲਡ ਫੈਕਟਸ ਹੁੰਦੇ ਨੇ, ਸਟੈਟਿਸਟਿਕਸ ਹੁੰਦੇ ਨੇ। ਠੀਕ ਹੈ, ਉਹ ਸਟੈਟਿਸਟਿਕਸ ਇਨਸਾਨ ਉੱਥੇ ਤੁਹਾਨੂੰ ਬਿੰਦੂਆਂ ਤੇ ਗਿਣਤੀਆਂ ਮਿਣਤੀਆਂ ਦੇ ਵਿੱਚ ਨਜ਼ਰ ਆਉਂਦੇ ਨੇ। ਉਹਨਾਂ ਬਿੰਦੂਆਂ ਦੇ ਪਿੱਛੇ ਕਿਹੜੀ ਜ਼ਿੰਦਗੀ ਹੁੰਦੀ ਆ, ਉਹਨਾਂ ਬਿੰਦੂਆਂ ਦੇ ਪਿੱਛੇ ਕਿਹੜੀ ਲੜਾਈ ਹੁੰਦੀ ਹੈ, ਉਹਨਾਂ ਬਿੰਦੂਆਂ ਦੇ ਪਿੱਛੇ ਕਿਹੜੇ ਘੋਲ ਹੁੰਦੇ ਨੇ, ਉਹਨਾਂ ਦੇ ਬਿੰਦੂਆਂ ਦੇ ਪਿੱਛੇ ਜਿਹੜੇ ਇਨਸਾਨੀ ਦਿਮਾਗ ਦੇ ਅੰਦਰ ਚੱਲਣ ਵਾਲੀ ਉਸ ਵੇਲੇ ਕਸ਼ਮਕਸ਼ ਜਿਹੜੀ ਕੀ ਹੁੰਦੀ ਆ, ਉਹ ਤੁਹਾਨੂੰ ਲਿਟਰੇਚਰ ਤੋਂ ਮਿਲੇਗੀ। ਕਿਆ ਬਾਤ। ਉਹਦੀ ਜਿਹੜੀ ਕੰਸਟਰਕਸ਼ਨ ਹੈ, ਉਹ ਤੁਹਾਨੂੰ, ਕਿਉਂਕਿ ਆਪਾਂ ਆਮ ਤੌਰ ਤੇ ਲਿਟਰੇਚਰ ਨੂੰ ਜਿਹੜਾ ਖਾਸ ਤੌਰ ਤੇ ਇਤਿਹਾਸ ਦੇ ਵਿੱਚ ਲੰਬੇ ਸਮੇਂ ਲਈ ਉਸ ਤਰੀਕੇ ਦੇ ਨਾਲ ਸੀਰੀਅਸਲੀ ਨਹੀਂ ਲਿਆ ਗਿਆ, ਤਾਂ ਉਹ ਜਿਹੜੀ ਕਸ਼ਮਕਸ਼ ਹੈ ਉਹ ਤੁਹਾਨੂੰ ਲਿਟਰੇਚਰ ਚੋਂ ਨਜ਼ਰ ਆਏਗੀ। ਉੱਥੇ ਤੁਹਾਨੂੰ ਸਮਝ ਆਏਗਾ ਵੀ ਜਿਹੜਾ ਹਿਊਮਨ ਐਕਸਪੀਰੀਅੰਸ ਹੁੰਦਾ ਕਿਸੇ ਫੇਜ਼ ਦਾ, ਠੀਕ ਹੈ, ਉਹ ਤੁਹਾਨੂੰ ਨਜ਼ਰ ਆਏਗਾ। ਜਿੱਦਾਂ ਹੁਣ ਮੈਂ ਕਈ ਐਗਜ਼ਾਮਪਲ ਦਿੰਦਾ ਹੁੰਦਾ ਵੀ ਜਿਹੜਾ ਭੀਸ਼ਮ ਸਾਨੀ ਦਾ ਨਾਵਲ ਹੈ ਮਈਆ ਦਾਸ ਕੀ ਮਾੜੀ, ਉਹਦੇ ਵਿੱਚ ਬੜਾ ਜ਼ਬਰਦਸਤ ਸੀਨ ਹੈ ਵੀ ਇੱਕ ਅਪਰ ਕਾਸਟ ਹਿੰਦੂ ਰੇਲਵੇ ਸਟੇਸ਼ਨ ਤੇ ਖਲੋਤਾ ਟ੍ਰੇਨ ਦੀ ਉਡੀਕ ਕਰ ਰਿਹਾ, ਉਹਦੇ ਦਿਮਾਗ ਦੇ ਵਿੱਚ ਕਈ ਸਵਾਲ ਚੱਲ ਰਹੇ ਨੇ। ਹੁਣ ਜੇ ਆਪਾਂ ਸਿੰਪਲੀ ਕਹਿ ਦਈਏ ਕਿ ਜੀ ਉਸ ਵੇਲੇ ਪਾਪੂਲੇਸ਼ਨ ਨੇ ਇੰਜ ਰਿਸਪੌਂਡ ਕੀਤਾ, ਉਹ ਗੱਲ ਬਣਦੀ ਨਹੀਂ। ਜਿਹੜੀ ਇਨਸਾਨੀ ਵਿਹਾਰ ਜਿਹੜਾ ਹੈਗਾ, ਜਾਂ ਖਾਸ ਜਿਹੜਾ ਹਿਊਮਨ ਐਕਸਪੀਰੀਅੰਸ ਹੈ, ਉਹ ਤੁਹਾਨੂੰ ਇਹ ਲਿਟਰੇਚਰ ਦੇ ਵਿੱਚ, ਪੋਇਟਰੀ ਦੇ ਵਿੱਚ, ਮਿਊਜ਼ਿਕ ਦੇ ਵਿੱਚ, ਜਿਹੜੀਆਂ ਲਲਿਤ ਕਲਾਵਾਂ ਨੇ, ਠੀਕ ਹੈ ਨਾ, ਉਹ ਸਾਡੀਆਂ ਸਾਰੀਆਂ ਉਹਦੇ ਵਿੱਚ ਜਿਹੜਾ ਨਜ਼ਰ ਆਏਗਾ। ਔਰ ਮੇਰੀ ਨਜ਼ਰੇ ਅੱਜ ਵੀ ਜੇ ਤੁਸੀਂ ਕਿਸੇ ਸੰਘਰਸ਼ ਨੂੰ ਦੇਖਣਾ ਤੇ ਉਹਦੇ ਲਈ ਤੁਹਾਨੂੰ ਜਿਹੜਾ ਆਲਟਰਨੇਟਿਵ ਇਹ ਜਿਹੜੀ ਸੋਰਸਿਸ ਨੇ, ਲਿਟਰੇਚਰ ਹੈ, ਇਹਨਾਂ ਨੂੰ ਦੇਖਣਾ ਪਏਗਾ। ਦੂਜੀ ਗੱਲ, ਖਾਸ ਕਰਕੇ ਪੰਜਾਬੀ ਸਾਹਿਤ ਦੀ ਜਿਹੜੀ ਪਰੰਪਰਾ ਸਾਡੀ ਹੈ, ਬਹੁਤ ਅਮੀਰ ਤੇ ਵੱਡੀ ਪਰੰਪਰਾ ਹੈ। ਸਾਡੇ ਗੁਰੂਆਂ ਤੋਂ ਲੈ ਕੇ ਵੱਡੇ ਵੱਡੇ ਰਿਸ਼ੀਆਂ ਨੇ ਕਿੰਨਾ ਲਿਟਰੇਚਰ ਸਾਨੂੰ ਦਿੱਤਾ ਹੈ। ਜੀ ਬਿਲਕੁਲ। ਔਰ ਇਸ ਲਿਟਰੇਚਰ ਦਾ ਪੰਜਾਬੀ ਸਾਹਿਤ ਦੇ ਵਿੱਚ ਵਿਦਵਾਨਾਂ ਵੱਲੋਂ ਕੀ ਨੋਟਿਸ ਲਿਆ ਗਿਆ, ਇਹਦੀ ਗੱਲ ਸਾਡੇ ਦਰਸ਼ਕ ਜ਼ਰੂਰ ਜਾਣਨਾ ਚਾਹਣਗੇ। ਤੁਸੀਂ PhDਆਂ ਵੀ ਕੀਤੀਆਂ, ਫਿਰ PhDਆਂ ਕਰਵਾ ਵੀ ਰਹੇ ਹੋ, MPhilਆਂ ਕਰਾਈਆਂ, ਔਰ ਇਹ ਬੜਾ ਖਾਸ ਮਹੱਤਵ ਹੈ ਕਿ ਸਾਡੇ ਸਾਹਿਤ ਦਾ ਜਿਹੜਾ ਰੋਲ ਸੀ ਸਮਾਜਿਕ ਤੌਰ ਤੇ, ਔਰ ਸਾਹਿਤ ਦੀ ਉਤਪਤੀ ਤੇ ਵਿਕਾਸ, ਬੜੀਆਂ ਕਿਤਾਬਾਂ ਡਾਕਟਰ ਕਸੇਲ ਹੋਰਾਂ ਦੀਆਂ ਵੀ ਆਈਆਂ, ਇਹਨੂੰ ਕਿੱਥੇ ਲਿਆ ਕੇ ਖੜਾ ਕੀਤਾ ਉਹਨਾਂ ਨੇ?
ਦੇਖੋ ਜੀ, ਕੰਮ ਇਹ ਨਹੀਂ ਆਪਾਂ ਕਹਿ ਸਕਦੇ ਵੀ ਲਿਟਰੇਚਰ ਨੂੰ ਲੈ ਕੇ ਕੰਮ ਨਹੀਂ ਹੋਇਆ। ਲਿਟਰੇਚਰ ਨੂੰ ਲੈ ਕੇ, ਲਿਟਰੇਚਰ ਦੇ ਵਿੱਚ, ਪੰਜਾਬੀ ਲਿਟਰੇਚਰ ਦੇ ਵਿੱਚ ਬਹੁਤ ਵੱਡਾ ਕੰਮ ਹੋਇਆ। ਥੋੜ੍ਹਾ ਬਹੁਤਾ ਇਤਿਹਾਸ ਵਾਲੇ ਪਾਸੇ ਵੀ ਹੋਇਆ। ਦੇਖੋ, ਮੇਰੀ ਨਜ਼ਰੇ ਸਾਹਿਤ ਨੂੰ ਦੋ ਤਰੀਕੇ ਹੁੰਦੇ ਦੇਖਣ ਦੇ। ਵੀ ਇੱਕ ਤਾਂ ਜਦੋਂ ਆਪਾਂ ਸਾਹਿਤ ਨੂੰ ਪਰਿਭਾਸ਼ਿਤ ਕਰਦੇ ਹਾਂ ਤੇ ਆਪਾਂ ਕਹਿੰਦੇ ਵੀ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ, ਲਿਟਰੇਚਰ ਇਜ਼ ਦਾ ਮਿਰਰ ਆਫ ਦਾ ਸੁਸਾਇਟੀ। ਇੱਕ ਇਹ ਵੀ ਹੁੰਦਾ ਹੈ ਵੀ ਲਿਟਰੇਚਰ ਇੱਕ ਰੋਲ ਇਹ ਵੀ ਅਦਾ ਕਰਦਾ ਕਿ what kind of society we ought to, ਵੀ ਅਸੀਂ ਕਿੱਦਾਂ ਦਾ ਸਮਾਜ ਚਾਹੁੰਦੇ। ਇਹ ਦੋ ਚੀਜ਼ਾਂ ਪੈਰਲਲ ਲਿਟਰੇਚਰ ਦੇ ਵਿੱਚ ਚੱਲਦੀਆਂ ਨੇ। ਤੇ ਜਿਹੜੀ ਗੱਲ ਹੈ ਵੀ ਇਸ ਲਿਟਰੇਚਰ ਨੂੰ ਹੁਣ ਤੱਕ ਕਿੰਨਾ ਕੁ ਦੇਖਿਆ ਗਿਆ, ਉਹ ਬਹੁਤ ਵੱਡਾ ਕੰਮ ਹੋਇਆ। ਚਾਹੇ ਉਹ ਗੁਰਬਾਣੀ ਨੂੰ ਲੈ ਕੇ ਹੋਇਆ, ਚਾਹੇ ਉਹ ਸਾਡੇ ਜਿਹੜੇ ਮਡੀਵਲ ਪੋਇਟਸ ਨੇ ਉਹਨਾਂ ਨੂੰ ਲੈ ਕੇ ਹੋਇਆ, ਚਾਹੇ ਮਾਡਰਨ ਟਾਈਮਸ ਦੇ ਵਿੱਚ, ਜਿਹੜਾ ਕਲੋਨੀਅਲ ਟਾਈਮ ਦੇ ਵਿੱਚ। ਤੁਸੀਂ ਇਹ ਦੇਖੋ ਨਾ ਕਿ ਸਾਡੇ ਕੋਲੇ ਕਈ ਚੀਜ਼ਾਂ ਨੇ ਜਿਹੜੀਆਂ ਰਹਿ ਜਾਂਦੀਆਂ ਨੇ, ਕਈ ਚੀਜ਼ਾਂ ਨੇ ਜਿਹੜੀਆਂ ਬਾਅਦ ਦੇ ਵਿੱਚ ਬਾਹਰ ਆਉਂਦੀਆਂ ਨੇ। ਵੀ ਜਿੱਦਾਂ ਹੁਣ ਜੇ ਮੈਂ ਕਲੋਨੀਅਲ ਪੀਰੀਅਡ ਦੀ ਗੱਲ ਕਰਾਂ ਤੇ ਲੰਬਾ ਸਮਾਂ ਪਹਿਲਾਂ ਪੰਜਾਬੀਆਂ ਤੇ ਇਹ ਰਿਹਾ ਕਿ ਜੀ ਇਹਨਾਂ ਨੇ 1857 ਦੀ ਬਗਾਵਤ ਦੇ ਵਿੱਚ ਰੋਲ ਨਹੀਂ ਅਦਾ ਕੀਤਾ, ਕਹਿੰਦੇ ਰਹੇ। ਤੇ ਫਿਰ ਅਹਿਮਦ ਖਾਨ ਖਰਲ ਕਿੱਥੋਂ ਆ ਗਿਆ? ਅਹਿਮਦ ਖਾਨ ਖਰਲ ਦੀ ਵਾਰ ਕਿੱਥੋਂ ਆ ਗਈ? ਠੀਕ ਹੈ, ਇਹਦਾ ਮਤਲਬ ਉਹ ਨਾਇਕ ਅਸੀਂ ਗਵਾ ਲਏ ਕੁਛ ਕਾਰਨਾਂ ਕਰਕੇ। ਉਹ ਵੱਖ-ਵੱਖ ਕਿਸਮ ਦੇ ਕਾਰਨ ਹੋ ਸਕਦੇ ਆ। ਫਿਰ ਜਦੋਂ ਜਲਿਆਂਵਾਲਾ ਬਾਗ ਵਾਪਰਦਾ ਤੇ ਸ਼ਫਕਤ ਤਨਵੀਰ ਮਿਰਜ਼ਾ ਦੀ ਕਿਤਾਬ ਜਿਹੜੀ ਹੈ ਰੈਜ਼ਿਸਟੈਂਸ ਥੀਮਸ ਇਨ ਪੰਜਾਬੀ ਲਿਟਰੇਚਰ, ਉਹਦੇ ਹਵਾਲੇ ਨਾਲ ਜੇ ਮੈਂ ਦੱਸਾਂ ਕਿ ਜਲਿਆਂਵਾਲੇ ਬਾਗ ਤੋਂ ਲੈ ਕੇ ਤੇ ਭਗਤ ਸਿੰਘ ਦੀ ਫਾਂਸੀ ਤੇ ਉਦੋਂ ਬਾਅਦ ਤੱਕ 700 ਗੀਤ ਤੇ ਕਵਿਤਾਵਾਂ ਇਹੋ ਜਿਹੇ ਨੇ ਜਿਹੜੇ ਅੰਗਰੇਜ਼ੀ ਹਕੂਮਤ ਨੇ ਬੈਨ ਕਰ ਦਿੱਤੇ। ਉਹ ਸਾਰੇ ਦਾ ਸਾਰਾ ਪ੍ਰਸਕ੍ਰਾਈਬਡ ਜਿਹੜਾ ਬੈਨ ਲਿਟਰੇਚਰ ਹੈ। ਤਾਂ ਕਹਿਣ ਦਾ ਮਤਲਬ ਕਿ ਸਾਨੂੰ ਹੁਣ ਜ਼ਰੂਰਤ ਹੈ ਖਾਸ ਤੌਰ ਤੇ ਜਿਸ ਕਿਸਮ ਦੇ ਘੋਲ 20ਵੀਂ ਸਦੀ ਤੇ ਹੁਣ 21ਵੀਂ ਸਦੀ 'ਚ ਜਿਹੜੇ ਆਏ ਨੇ, ਜਿਹੜੇ ਲੋਕ ਘੋਲ ਨੇ, ਉਹ ਲੋਕ ਘੋਲਾਂ ਨੂੰ, ਲੋਕ ਨਾਇਕਾਂ ਨੂੰ ਉਗਾੜਨ ਦੇ ਲਈ ਤੁਹਾਨੂੰ ਉਸ ਸੋਰਸ ਦੇ ਕੋਲ ਜਾਣਾ ਪਏਗਾ। ਉੱਥੇ ਤੁਹਾਨੂੰ ਆਰਕਾਈਵਸ ਨੇ ਮਦਦ ਨਹੀਂ ਕਰਨੀ, ਉੱਥੇ ਤੁਹਾਨੂੰ ਅਫੀਸ਼ੀਅਲ ਰਿਪੋਰਟਸ ਨੇ ਮਦਦ ਨਹੀਂ ਕਰਨੀ। ਇਹਨਾਂ ਨਾਇਕਾਂ ਤੇ ਨਾਇਕਾਵਾਂ, ਠੀਕ ਆ, ਵੱਖਰੇ ਵੱਖਰੇ ਜਿਹੜੇ ਲੋਕ ਲੜੇ, ਕਿਉਂਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇਤਿਹਾਸ ਵਿੱਚ ਅਸਲੀ ਤਾਕਤ ਤਾਂ ਲੋਕ ਹੁੰਦੇ ਨੇ। ਉਹ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਤੁਹਾਨੂੰ ਉੱਥੋਂ ਕੱਢ ਕੇ ਲਿਆਉਣੀ ਪਊ, ਔਰ ਉਹ ਇਸ ਕਰਕੇ ਲਾਜ਼ਮੀ ਬਣ ਜਾਂਦੀ ਆ ਕਿਉਂਕਿ ਮੌਜੂਦਾ ਸੰਦਰਭ ਦੇ ਵਿੱਚ ਵੀ ਤੁਸੀਂ ਦੇਖੋ ਵੀ ਜਦੋਂ ਲੋਕ ਖੜੇ ਹੋ ਜਾਂਦੇ ਨੇ ਤੇ ਫਿਰ ਵੱਡੀਆਂ ਵੱਡੀਆਂ ਹਕੂਮਤਾਂ ਤੇ ਵੱਡੀਆਂ ਵੱਡੀਆਂ ਪਾਰਟੀਆਂ ਤੇ ਵੱਡੀਆਂ ਵੱਡੀਆਂ ਜਿਹੜੀਆਂ ਪੋਲੀਟੀਕਲ ਐਸਟੈਬਲਿਸ਼ਮੈਂਟਸ ਨੇ ਉਹ ਕਲੈਪਸ ਕਰ ਜਾਂਦੀਆਂ ਨੇ। ਯਾਨੀ ਲੋਕ ਲਹਿਰ ਦੇ ਅੱਗੇ ਉਹ ਨਹੀਂ ਖੜ ਸਕਦੇ ਕਿਉਂਕਿ ਜਿਹੜੀ ਸਥਾਪਤੀ ਹੁੰਦੀ ਹੈ ਨਾ, ਸਥਾਪਤੀ ਅੰਗਰੇਜ਼ਾਂ ਨੇ ਵੀ ਇਹ ਕੰਮ ਕੀਤਾ ਔਰ ਅੰਗਰੇਜ਼ਾਂ ਤੋਂ ਬਾਅਦ ਇੰਡੀਅਨ ਸਟੇਟ ਵੀ ਉਹਨੂੰ ਇਦਾਂ ਹੀ ਕਰਦੀ ਆ ਵੀ ਸਥਾਪਤੀ ਇੱਕ ਨੋਸ਼ਨ ਪੈਦਾ ਕਰਦੀ ਆ ਜਿਹਨੂੰ ਨੈਚੁਰਲ ਲੀਡਰਸ ਕਿਹਾ ਜਾਂਦਾ ਜੀ। ਕੁਦਰਤੀ ਜਿਹੜੇ ਨੇਤਾ ਨੇ, ਉਹ ਕੁਦਰਤੀ ਨੇਤਾ ਸਾਡੇ ਹੁੰਦੇ ਆ ਵੀ ਵੱਡੇ ਵੱਡੇ ਜਗੀਰਦਾਰ ਤੇ ਉਸ ਕਿਸਮ ਦੇ ਲੋਕ, ਤੇ ਉਹਦੇ ਵਿੱਚ ਇਹ ਲੋਕ ਤਾਂ ਕਿਤੇ ਲੱਭਦੇ ਨਹੀਂ ਗਏ। ਉਹ ਲੋਕ ਤੁਹਾਨੂੰ ਫਿਰ ਜਿਹੜਾ ਜਦੋਂ ਤੁਸੀਂ ਇਸ ਲਿਟਰੇਚਰ ਨੂੰ ਪੜ੍ਹੋਗੇ ਤੇ ਲੋਕ ਲਹਿਰਾਂ ਦਾ ਸਾਡੇ ਕੋਲੇ ਬੜਾ ਵੱਡਾ ਇਤਿਹਾਸ ਹੈ। ਉਹ ਅਕਾਲੀ ਲਹਿਰ ਤੋਂ ਲੈ ਕੇ ਤੇ ਗਦਰ ਲਹਿਰ ਤੇ ਆਪਣਾ ਜਿਹੜਾ ਉਸ ਤੋਂ ਬਾਅਦ ਨੈਕਸਲਟ ਮੂਵਮੈਂਟ ਤੇ ਸਾਰਾ ਕੁਛ ਹੈ ਉਹਦੇ ਵਿੱਚ। ਤਾਂ ਉਹ ਇਹ ਜਿਹੜਾ ਲਿਟਰੇਚਰ ਬੜਾ ਵੱਡੀ ਬੋਡੀ ਲਿਟਰੇਚਰ ਪਈ ਔਰ ਅਜੇ ਵੀ ਉਹਦੇ ਉੱਤੇ ਬਹੁਤ ਕੰਮ ਹੋ ਸਕਦਾ। ਪੰਜਾਬ ਲਹਿਰਾਂ ਨਾਲ ਭਰਿਆ ਪਿਆ, ਲਹਿਰਾਂ ਨਾਲ ਭਰਿਆ ਪਿਆ ਔਰ ਉਹਨਾਂ ਲਹਿਰਾਂ ਤੇ ਕਈ ਲਹਿਰਾਂ ਇਹੋ ਜਿਹੀਆਂ ਨੇ ਖਾਸ ਤੌਰ ਤੇ ਉਹਨਾਂ ਦੇ ਲਹਿਰਾਂ ਦੇ ਲਿਟਰੇਚਰ ਨੂੰ ਲੈ ਕੇ। ਕਿਉਂਕਿ ਦੇਖੋ ਇਤਿਹਾਸ ਦੇ ਵਿੱਚ ਘਟਨਾ ਦੋ ਤਰੀਕੇ ਦੇ ਨਾਲ ਇੰਪੋਰਟੈਂਟ ਹੁੰਦੀ ਆ। ਇੱਕ ਹੁੰਦੀ ਹੈ ਕਿ ਉਹ ਘਟਨਾ ਆਪਣਾ ਜਿਹੜਾ ਇਮੀਡੀਏਟ ਕੋਈ ਪੋਲੀਟੀਕਲ ਜਾਂ ਇਕਨੋਮਿਕ ਆਬਜੈਕਟਿਵ ਹੈ ਉਹਨੂੰ ਕਿੰਨਾ ਕੁ ਅਚੀਵ ਕਰਦੀ ਹੈ। ਦੂਜਾ ਜਿਹੜਾ ਇਤਿਹਾਸ ਦੇ ਵਿੱਚ ਉਹ ਘਟਨਾ ਇਸ ਲਿਹਾਜ਼ ਨਾਲ ਇੰਪੋਰਟੈਂਟ ਹੁੰਦੀ ਆ ਕਿ ਉਹ ਆਉਣ ਵਾਲੇ ਸਮੇਂ 'ਚ ਕਿੱਦਾਂ ਦਾ ਰੈਫਰੈਂਸ ਪੁਆਇੰਟ ਬਣਦੀ ਆ ਲਿਟਰੇਚਰ ਦੇ ਹਵਾਲੇ ਦੇ ਨਾਲ ਖਾਸ ਤੌਰ ਤੇ। ਤਾਂ ਉਹ ਜਿਹੜਾ ਰੈਫਰੈਂਸ ਪੁਆਇੰਟਸ ਨੇ ਉਹ ਲੱਭਣ ਦੀ ਜ਼ਰੂਰਤ ਹੈ। ਅਜੇ ਵੀ ਬੜਾ ਵੱਡਾ ਜਿਹੜਾ ਮੈਂ ਕਹਿ ਰਿਹਾ ਕਿ ਕੰਮ ਉਹਦੇ ਤੇ ਹੋ ਸਕਦਾ। ਡਾਕਟਰ ਜਸਪੀਰ ਦੇ ਨਾਲ ਗੱਲਾਂ ਬਾਤਾਂ ਦਾ ਇੱਕ ਭਾਗ ਅਜੇ ਬਾਕੀ ਹੈ। ਇੱਕ ਬ੍ਰੇਕ ਤੋਂ ਬਾਅਦ ਜਲਦੀ ਮਿਲਦੇ ਹਾਂ। ਦੋਸਤੋ ਫਿਰ ਹਾਜ਼ਰ ਹਾਂ ਡਾਕਟਰ ਜਸਪੀਰ ਦੇ ਨਾਲ ਕੋਲ ਬਹਿ ਕੇ ਸੁਣ ਸੱਜਣਾ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਲੈ ਕੇ। ਅੱਜ ਪੰਜਾਬ ਦੇ ਇਤਿਹਾਸ ਤੇ ਸਾਹਿਤਕ ਲੋਕ ਕਲਾਵਾਂ ਕਿਸਾਨੀ ਕੋਲ ਵੱਖ-ਵੱਖ ਮੁੱਦਿਆਂ ਦੇ ਉੱਤੇ ਡਾਕਟਰ ਜਸਪੀਰ ਬੜਾ ਸੋਹਣਾ ਚਾਨਣਾ ਪਾ ਰਹੇ ਨੇ ਬਾਖੂਬੀ। ਡਾਕਟਰ ਜਸਪੀਰ ਅੱਜ ਦੇਖਣ 'ਚ ਮਿਲ ਰਿਹਾ ਸਾਡੇ ਜਿਹੜੇ ਵਿਦਿਆਰਥੀ ਆ ਜਾਂ ਵਿਦਿਆਰਥਣਾਂ, ਇਹਨਾਂ ਦੀ ਰੁਚੀ ਜਹਾਜ਼ ਭਰ ਭਰ ਕੇ ਬਾਹਰ ਜਾਣ ਦੀ। ਜਦੋਂ ਤੁਸੀਂ ਆਪਦੇ ਪਿੰਡੋਂ ਆਏ ਉੱਧਰੋਂ ਅਜਨਾਲੇ ਕੋਲੋਂ ਉੱਠ ਕੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ MPhil ਕੀਤੀ, PhD ਕੀਤੀ, ਡਾਕਟਰ ਸੁਖਦੇਵ ਸਿੰਘ ਸੋਹਲ ਹੋਰਾਂ ਦੀ ਸਰਪ੍ਰਸਤੀ 'ਚ, ਕਿੱਡੇ ਵੱਡੇ ਇਤਿਹਾਸਕਾਰ ਵਿਦਵਾਨ ਸਾਡੇ ਉਹ। ਅੱਜ ਮੁੰਡੇ ਕੁੜੀਆਂ ਦਾ
ਇਤਿਹਾਸ ਵੱਲ ਕਿਉਂ ਨਹੀਂ ਧਿਆਨ ਤੇ ਜਹਾਜ਼ ਚੜ੍ਹਨ ਵੱਲ ਹੀ ਧਿਆਨ ਹੈ? ਇਤਿਹਾਸ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਜਾਂ ਰੁਚੀ ਪ੍ਰਬਲ ਨਹੀਂ ਹੋ ਰਹੀ? ਇਹਦੇ ਬਾਰੇ ਤੁਸੀਂ ਦੱਸੋ ਵੀ ਤੁਹਾਡੇ ਕੋਲੇ ਕਿੰਨੇ ਕੁ ਵਿਦਿਆਰਥੀ ਇਤਿਹਾਸ ਪੜ੍ਹਨ ਆ ਰਹੇ ਆ? ਦੇਖੋ ਜੀ, ਇੱਥੇ ਚੰਡੀਗੜ੍ਹ ਤਾਂ ਕਿਉਂਕਿ ਸੈਂਟਰ ਹੋਣ ਕਰਕੇ ਤੇ ਅਜੇ ਇਦਾਂ ਦਾ ਕੋਈ ਕ੍ਰਾਈਸਿਸ ਨਜ਼ਰ ਨਹੀਂ ਆਉਂਦਾ ਵੀ, ਕਿਉਂਕਿ ਮਲਟੀਪਲ ਜਿਹੜੀਆਂ ਸਟੇਟਸ ਨੂੰ ਇੱਥੇ ਕੇਟਰ ਕਰ ਰਹੇ ਆ। ਪਰ ਕਿਸੇ ਟਾਈਮ 'ਤੇ ਇਦਾਂ ਦਾ ਨਜ਼ਰ ਆਉਣ ਲੱਗ ਗਿਆ ਸੀਗਾ ਕਿ ਵੀ ਜਿੱਦਾਂ ਉੱਥੇ ਅੰਮ੍ਰਿਤਸਰ ਵੀ ਜਾਂ ਹੋਰ ਥਾਵਾਂ 'ਤੇ ਵੀ ਜਿਹੜਾ ਸੋਸ਼ਲ ਸਾਇੰਸਿਸ ਦੇ ਵਿੱਚ ਖਾਸ ਤੌਰ 'ਤੇ ਹਿਸਟਰੀ ਵਰਗੇ ਸਬਜੈਕਟ ਦੇ ਵਿੱਚ ਇੱਕ ਪ੍ਰੋਮੀਨੈਂਟਲੀ ਕ੍ਰਾਈਸਿਸ ਨਜ਼ਰ ਆਉਂਦਾ ਸੀ ਵੀ ਵਿਦਿਆਰਥੀ ਘਟ ਗਏ, ਵਿਦਿਆਰਥੀ ਨਹੀਂ ਆ ਰਹੇ। ਜੇ ਵਿਦਿਆਰਥੀ ਨਹੀਂ ਆਉਣਗੇ ਤੇ ਡਿਪਾਰਟਮੈਂਟ ਤੇ ਯੂਨੀਵਰਸਿਟੀਆਂ ਕਿਵੇਂ ਚੱਲਣਗੀਆਂ? ਦੇਖੋ, ਮੈਂ ਇਹਨੂੰ ਇਸ ਤਰੀਕੇ ਨਾਲ ਦੇਖਦਾ ਵੀ ਇਹ ਜਿਹੜੀ ਰੁਚੀ ਹੈ ਇਤਿਹਾਸ ਦੇ ਵਿੱਚ, ਉਹ ਕਿੱਦਾਂ ਬਣਦੀ, ਕਿੱਦਾਂ ਟੁੱਟਦੀ, ਜਾਂ ਉਹਨੂੰ ਕਿੱਦਾਂ ਤੋੜਿਆ ਜਾਂਦਾ। ਔਰ ਉਹ ਲੰਬੇ ਸਮੇਂ ਤੋਂ ਸਰਕਾਰਾਂ ਜਿਹੜੀਆਂ ਨੇ ਉਹ ਇਸ ਦਿਸ਼ਾ ਦੇ ਵਿੱਚ ਕੰਮ ਕਰਦੀਆਂ ਨੇ, ਕਿਉਂਕਿ ਜਦੋਂ ਤੁਸੀਂ ਹਿਸਟਰੀ ਨੂੰ ਪੜ੍ਹੋਗੇ, ਲੋਕ ਲਹਿਰਾਂ ਨੂੰ ਪੜ੍ਹੋਗੇ, ਫਿਰ ਉਹ ਇੱਕ ਜੁਝਾਰੂ ਪ੍ਰਵਿਰਤੀ ਆਏਗੀ, ਤੁਹਾਨੂੰ ਪਾਸਟ ਦੀ ਸਮਝ ਆਏਗੀ। ਕਿਉਂਕਿ ਦੇਖੋ, ਅਸਲ ਤਾਂ ਗੱਲ ਫਿਰ ਘੁੰਮ ਕੇ ਆਉਂਦੀ ਨਾ ਵੀ ਅਸੀਂ ਇਤਿਹਾਸ ਪੜ੍ਹਦੇ ਕਿਉਂ? ਇਤਿਹਾਸ ਜਿਹਨੂੰ ਕਹਿੰਦੇ ਨਾ ਕਿ ਟੂ ਅੰਡਰਸਟੈਂਡ ਆਰ ਪ੍ਰੈਜ਼ੈਂਟ ਇਨ ਅ ਬੈਟਰ ਵੇ ਐਂਡ ਟੂ ਮੇਕ ਆਰ ਫਿਊਚਰ ਮੋਰ ਮੀਨਿੰਗਫੁਲ। ਵੀ ਤੁਸੀਂ ਅੱਜ ਨੂੰ ਇਤਿਹਾਸ ਤੋਂ ਬਿਨਾਂ ਨਹੀਂ ਸਮਝ ਸਕਦੇ, ਠੀਕ ਹੈ? ਔਰ ਜੇ ਅੱਜ ਨੂੰ ਤੁਸੀਂ ਬਿਹਤਰ ਤਰੀਕੇ ਨਾਲ ਸਮਝ ਲਓਗੇ ਤੇ ਫਿਰ ਕੱਲ ਡੈਫੀਨੇਟਲੀ ਤੁਹਾਡਾ ਬਿਹਤਰ ਹੋਏਗਾ। ਭਵਿੱਖ ਜਿਹੜਾ ਵਿਜ਼ਨ ਹੁੰਦਾ ਉਹ ਤੁਹਾਡਾ ਉਹ ਇਤਿਹਾਸ ਚੋਂ ਹੀ ਨਿਕਲ ਕੇ ਆਉਣਾ। ਬਿਲਕੁਲ, ਦ੍ਰਿਸ਼ਟੀ ਉੱਥੋਂ ਬਣਨੀ ਹੈ ਵੀ ਲੋਕ ਕਿਵੇਂ ਲੜਦੇ ਨੇ, ਕਿਵੇਂ ਖਾਸ ਕਿਸਮ ਦੇ ਹਾਲਾਤ ਪੈਦਾ ਹੁੰਦੇ ਨੇ, ਕਿਵੇਂ ਉਹਨਾਂ ਹਾਲਾਤਾਂ ਦੇ ਵਿੱਚ ਕੋਈ ਚੀਜ਼ ਰਾਈਜ਼ ਕਰਦੀ ਹੈ, ਫਿਰ ਉਹਦਾ ਕਾਊਂਟਰ ਕਿੱਦਾਂ ਆਉਂਦਾ, ਕੋਈ ਤਾਕਤ ਕਿੱਦਾਂ ਇਮਰਜ ਕਰਦੀ ਹੈ, ਕੋਈ ਲੀਡਰ ਕਿੱਦਾਂ ਇਮਰਜ ਕਰਦਾ, ਲੋਕ ਕਿੱਦਾਂ ਉੱਠ ਖੜੇ ਹੁੰਦੇ ਨੇ। ਤਾਂ ਉਹ ਸਾਰਾ ਪ੍ਰੋਸੈਸ ਜਿਹੜਾ ਉਹ ਹਿਸਟਰੀ ਤੋਂ ਤੁਹਾਨੂੰ ਸਮਝ ਆਏਗਾ। ਅੱਛਾ, ਸਾਡੇ ਸਮੱਸਿਆ ਇਹ ਆਉਂਦੀ ਹੈ ਕਿ ਜਦੋਂ ਇਹ ਜਿਹੜਾ ਹੈਗਾ, ਜਿਹਨੂੰ ਆਪਾਂ ਕਹੀਏ ਕਿ ਜਿਹੜਾ ਇਹ ਹਿਸਟਰੀ ਵਾਲਾ ਪਾਰਟ, ਇਹ ਸਰਕਾਰਾਂ ਨੇ ਲੰਬੇ ਸਮੇਂ ਤੋਂ ਕਿਉਂਕਿ ਇਸ ਡਾਇਰੈਕਸ਼ਨ ਦੇ ਵਿੱਚ ਕੋਈ ਕੰਮ ਕੀਤਾ ਨਹੀਂ ਐਜੂਕੇਸ਼ਨ ਨੂੰ ਲੈ ਕੇ, ਕਿਉਂਕਿ ਸਟੇਟ ਦੇ ਨਾਂ ਤੇ ਤੁਸੀਂ ਪਾਵਰ ਲੈ ਲਈ, ਰਿਸਪੌਂਸਿਬਿਲਿਟੀ ਛੱਡ ਦਿੱਤੀ। ਉਹਦਾ ਨਤੀਜਾ ਕਿ ਜਿਹੜੇ ਤੁਹਾਡੇ ਕੀ ਏਰੀਆਜ਼ ਨੇ, ਹੈਲਥ ਹੈ, ਐਜੂਕੇਸ਼ਨ ਹੈ, ਇਨਫਰਾਸਟਰਕਚਰ ਆ, ਉਹ ਨਿਗਲੈਕਟ ਹੋ ਜਾਂਦਾ, ਠੀਕ ਹੈ? ਉਹਦੇ ਰਿਜ਼ਲਟ ਵਿੱਚੋਂ ਜਿਹੜੀ ਪਹਿਲੀ ਕੰਸਰਨ ਕਿਸੇ ਵੀ ਨੌਜਵਾਨ ਮੁੰਡੇ ਕੁੜੀ ਦਾ ਬਣਦਾ ਉਹ ਰੁਜ਼ਗਾਰ ਹੁੰਦਾ। ਸੋਸ਼ਲ ਸਾਇੰਸਿਸ ਤੁਹਾਨੂੰ ਉਸ ਕਿਸਮ ਦੇ ਰੁਜ਼ਗਾਰ ਦੇ ਨਹੀਂ ਰਹੀਆਂ, ਠੀਕ ਹੈ? ਔਰ ਉਹ ਜਾਣ ਬੁੱਝ ਕੇ ਕੀਤਾ ਜਾਂਦਾ। ਇਹ ਜਾਣ ਬੁੱਝ ਕੇ ਡਿਲੀਬਰੇਟ ਅਟੈਂਪਟ ਕੀ ਸੀਗਾ ਸੋਸ਼ਲ ਸਾਇੰਸਿਸ ਨੂੰ ਮਾਰਨ ਦਾ, ਕਿਉਂਕਿ ਜਿਹੜੀ ਸੋਸ਼ਲ ਸਾਇੰਸਿਸ ਦੀ ਸਮਝ ਜਦੋਂ ਬਣੇਗੀ, ਠੀਕ ਹੈ, ਉਦੋਂ ਫਿਰ ਤੁਹਾਨੂੰ ਲੋਕ ਘੋਲਾਂ ਦੀ ਸਮਝ ਆਏਗੀ, ਉਦੋਂ ਸਾਨੂੰ ਸਮੇਂ ਨਾਲ ਲੜਨ ਦੀ, ਲਹਿਰਾਂ ਬਣਾਉਣ ਦੀ ਸਮਝ ਆਏਗੀ। ਇਹ ਅੱਜ ਵੀ ਆਪਾਂ ਨੂੰ ਨਜ਼ਰ ਆ ਰਿਹਾ ਵੀ ਆ ਹੁਣ ਜਿਹੜੇ ਇੰਨੇ ਲੋਕ ਬੋਲ ਰਹੇ ਨੇ, ਨੌਜਵਾਨ ਬੰਦੇ ਬੋਲ ਰਹੇ ਨੇ, ਮੁੰਡੇ ਕੁੜੀਆਂ ਬੋਲ ਰਹੇ ਨੇ, ਇਹ ਪੜ੍ਹ ਕੇ ਆ ਰਹੇ ਨੇ, ਇਹ ਹਵਾ 'ਚ ਗੱਲਾਂ ਨਹੀਂ ਕਰ ਰਹੇ, ਇਹ ਉਸ ਸਾਰੇ ਵਿਰਸੇ ਨੂੰ ਸਮਝ ਰਹੇ, ਉਸ ਸਾਰੀ ਤਹਿਜ਼ੀਬ ਨੂੰ ਸਮਝ ਰਹੇ, ਉਸ ਲੜਨ ਦੀ ਤਹਿਜ਼ੀਬ ਨੂੰ, ਜਿਹੜਾ ਫਿਊਚਰ ਬਾਰੇ ਵੀ ਅੱਗੇ ਵਿਜ਼ਨ ਵੀ ਜਿਹੜਾ ਉਹ ਰੱਖ ਰਹੇ ਨੇ। ਤਾਂ ਇਸ ਕਰਕੇ ਇਹ ਜਿਹੜਾ ਕ੍ਰਾਈਸਿਸ ਡੈਫੀਨੇਟਲੀ ਬਣ ਗਿਆ ਸੀਗਾ ਵੀ ਜਹਾਜ਼ਾਂ ਤੇ ਚੜ੍ਹਨ ਦਾ। ਪਰ ਮੈਨੂੰ ਲੱਗਦਾ ਵੀ ਜਿੱਦਾਂ ਦਾ ਹੁਣ ਇੱਕ ਚਾਰਜਡ ਕਿਸਮ ਦਾ ਮਾਹੌਲ ਆ, ਉਹਦੇ 'ਚ ਜਿੱਦਾਂ ਤੁਸੀਂ ਦੇਖ ਰਹੇ ਹੋ ਵੀ ਹੁਣ ਲੋਕ ਉੱਧਰੋਂ ਆ ਰਹੇ ਆ, ਵੀ ਹਰ ਰੋਜ਼ ਕੋਈ ਕਹਿੰਦਾ ਜੀ ਮੈਂ ਕੈਨੇਡਾ ਦੀ ਫਲਾਈਟ ਲੈ ਕੇ ਤੇ ਵਾਪਸ ਆਇਆ, ਕੋਈ ਕਹਿੰਦਾ ਜੀ ਮੈਂ ਨੌਕਰੀ ਛੱਡ ਕੇ ਆ ਗਿਆ, ਕੋਈ ਕਹਿੰਦਾ ਜੀ ਮੈਂ ਪਰਿਵਾਰ ਲੈ ਕੇ ਆ ਗਿਆ। ਉਹ ਲੋਕ ਅਸਲ ਹੁਣ ਦੇਖਣਾ ਚਾਹੁੰਦੇ ਵੀ ਲੋਕ ਲਹਿਰਾਂ ਹੁਣ ਤੱਕ ਤਾਂ ਇਤਿਹਾਸ 'ਚ ਹੀ ਪੜ੍ਹੀਆਂ ਸੀ ਵੀ ਲੋਕ ਲਹਿਰਾਂ ਹੁੰਦੀਆਂ, ਹੁਣ ਇਹਨੂੰ ਵਿਜ਼ੀਬਲ ਜਿਹੜਾ ਤੁਸੀਂ ਉਹ ਲੈਬੋਰਟਰੀ ਦੇ ਤੌਰ ਤੇ ਜਾ ਕੇ ਟੈਸਟ ਕਰੋ ਵੀ ਹੈ ਕੀ ਹੈ। ਤਾਂ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਉਸ ਰੁਝਾਨ ਨੂੰ ਮੋੜਾ ਦੇਵੇਗਾ ਤੇ ਮਾਪਿਆਂ ਨੂੰ ਵੀ ਤੇ ਬੱਚਿਆਂ ਨੂੰ ਵੀ ਇੰਝ ਲੱਗੇਗਾ ਵੀ ਨਹੀਂ, ਇਹ ਜਿਹੜਾ ਸੋਸ਼ਲ ਸਾਇੰਸਿਸ ਤੇ ਖਾਸ ਤੌਰ ਤੇ ਹਿਸਟਰੀ ਵਰਗੇ ਸਬਜੈਕਟ ਦੀ ਇੱਕ ਖਾਸ ਕਿਸਮ ਦੀ ਰੈਲੇਵੈਂਸ ਜਿਹੜੀ ਉਹ ਬਣੇਗੀ। ਇਤਿਹਾਸ ਦੇ ਉੱਤੇ ਖੋਜ ਕਰਨ ਵਾਲੇ ਵਿਦਿਆਰਥੀ ਔਰ ਉਹਨੂੰ ਪੜ੍ਹਨ ਉੱਤੇ ਸਮਝਣ ਵਾਲੇ ਵਿਦਿਆਰਥੀ, ਕਿੰਨੇ ਚੇਤਨ ਵਿਦਿਆਰਥੀ ਆ ਰਹੇ ਤੁਹਾਡੇ ਕੋਲੇ ਕਿ ਬਹੁਤ ਮੱਥਾ ਮਾਰਨਾ ਪੈਂਦਾ? ਨਹੀਂ, ਵਿਦਿਆਰਥੀ ਦੇਖੋ ਜੀ, ਕਿਉਂਕਿ ਆਮ ਤੌਰ 'ਤੇ ਨਾ ਇੱਕ ਜਿਹੜੀ ਵੱਡੀ ਪੀੜ੍ਹੀ ਹੁੰਦੀ ਹੈ ਉਹ ਹਮੇਸ਼ਾ ਕਈ ਵਾਰੀ ਬਰਡਨ ਅੱਗੇ ਸ਼ਿਫਟ ਕਰ ਦਿੰਦੀ, ਨਹੀਂ ਜੀ ਅੱਜ ਕੱਲ੍ਹ ਤਾਂ ਮੁੰਡੇ ਪੜ੍ਹਦੇ ਨਹੀਂ, ਇੰਝ ਨਹੀਂ ਕਰਦੇ, ਉਂਝ ਨਹੀਂ ਕਰਦੇ। ਇਮਾਨਦਾਰੀ ਦੇ ਨਾਲ ਮੈਂ ਦੱਸ ਰਿਹਾ ਕਿ ਵਿਦਿਆਰਥੀ ਬੜਾ ਚੇਤਨ ਹੈ, ਔਰ ਉਹ ਚੇਤਨ ਸਿਰਫ ਆਪਣੇ ਕੈਰੀਅਰ ਪ੍ਰਤੀ ਨਹੀਂ, ਆਪਣੀ ਡਿਗਰੀ ਪ੍ਰਤੀ ਨਹੀਂ, ਉਹ ਮੌਜੂਦਾ ਬਾਰੇ ਵੀ ਬੜਾ ਚੇਤਨ ਹੈ। ਜਿੱਦਾਂ ਹੁਣ ਮੇਰੇ ਕੁਝ ਵਿਦਿਆਰਥੀ ਨੇ ਜਿਹੜੇ MA ਦੇ ਵਿੱਚ ਨਾਲ ਜੁੜੇ ਹੋਏ ਆ ਜਾਂ ਮੇਰੇ ਨਾਲ ਰਿਸਰਚ ਕਰ ਰਹੇ ਆ, ਤਾਂ ਉਹ ਇਸ ਸਾਰੇ ਘੋਲ ਨੂੰ ਬੜਾ ਐਕਟਿਵਲੀ ਲਿਖਦੇ ਵੀ ਨੇ, ਉਹਦੇ ਬਾਰੇ ਉੱਥੇ ਜਾ ਵੀ ਰਹੇ ਨੇ। ਤਾਂ ਇਹਦਾ ਮਤਲਬ ਉਹ ਚੇਤਨਤਾ ਉਹਨਾਂ ਦੇ ਅੰਦਰ ਪਈ ਹੋਈ ਆ। ਤਾਂ ਇਸ ਕਰਕੇ, ਔਰ ਇਹ ਮੈਂ ਫਿਰ ਇਹ ਦੁਹਰਾ ਦਿਆਂ
ਕਿ ਇਹ ਜਿਹੜਾ ਘੋਲ ਹੈ ਇਹਦੇ 'ਚ ਤੁਸੀਂ ਜਿੱਦਾਂ ਨੌਜਵਾਨੀ ਅੱਗੇ ਆਈ ਹੈ, ਕਿਉਂਕਿ ਹੁਣ ਤੱਕ ਤਾਂ ਆਪਾਂ ਨੌਜਵਾਨੀ ਨੂੰ ਇੱਕ ਨਿਘਾਰ ਦਿੱਤਾ ਸੀਗਾ ਵੀ ਨਹੀਂ ਇਹ ਕੁਛ ਨਹੀਂ ਕਰਨਾ ਜੀ, ਹੁਣ ਤਾਂ ਪੰਜਾਬ ਦਾ ਕੁਛ ਨਹੀਂ ਬਣਨਾ ਜਾਂ ਇੱਥੇ ਕੁਛ ਨਹੀਂ ਹੋ ਸਕਦਾ। ਇਹ ਫਿਰ ਇਹੀ ਤਾਂ ਬੱਚੇ ਨੇ ਜਿਹੜੇ ਉੱਥੇ ਤੁਹਾਨੂੰ ਨਜ਼ਰ ਆ ਰਹੇ ਨੇ, ਸਾਰਾ ਕੁਛ ਕਰ ਰਹੇ ਨੇ ਕਈ ਦਿਨਾਂ ਦੇ ਕਈ ਦਿਨਾਂ ਨੇ, ਤਾਂ ਦੇ ਆਰ ਵੈਰੀ ਕੌਨਸ਼ੀਅਸ। ਡਾਕਟਰ ਸਾਹਿਬ ਤੁਸੀਂ ਗੱਲ ਕਰ ਰਹੇ ਸੀ ਵਿਦਿਆਰਥੀਆਂ ਦੀ ਘੋਲਾਂ 'ਚ ਤੇ ਸੰਘਰਸ਼ਾਂ ਦੇ ਵਿੱਚ ਹੁਣ ਜਿਹੜੀ ਕੁੱਦਣ ਦੀ ਇੱਕ ਨਵੀਂ ਵਰਤਾਰਾ ਸਾਨੂੰ ਵੇਖਣ ਨੂੰ ਮਿਲਿਆ, ਸਾਨੂੰ ਤਸੱਲੀ ਵੀ ਹੋ ਰਹੀ ਹੈ ਔਰ ਸਾਡੇ ਬੱਚਿਆਂ ਨੂੰ ਐਵੇਂ ਭੰਡਿਆ ਗਿਆ ਕਿ ਨਸ਼ੇੜੀ ਨੇ, ਫਲਾਨਾ ਨਿਕੰਮੇ ਆ, ਕੰਮ ਨਹੀਂ ਕਰਦੇ। ਹੁਣ ਦੇਖੋ ਘੋਲਾਂ 'ਚ ਆਪਦੇ ਦਾਦਿਆਂ ਨੂੰ ਤੇ ਪਿਓਾਂ ਨੂੰ ਘਰੇ ਛੱਡ ਕੇ ਗਏ ਆ ਕਿ ਤੁਸੀਂ ਆਰਾਮ ਕਰੋ, ਅਸੀਂ ਆਪਦਾ ਹੱਕ ਲੈਣਾ ਜਾਣਦੇ, ਅਸੀਂ ਆਵਾਂਗੇ ਦਿੱਲੀੋਂ ਮੁੜ ਕੇ। ਇਸ ਵੇਲੇ ਮੌਜੂਦਾ ਘੋਲ ਜਿਹੜਾ ਸੰਘਰਸ਼ ਹੈ, ਅੰਦੋਲਨ ਹੈ, ਇਹਨੂੰ ਕਿੰਨੇ ਇਨਾਮ ਦਿੱਤੇ ਜਾ ਸਕਦੇ ਆ? ਇਹਦੀ ਇਤਿਹਾਸਕ ਪਰਿਪੇਖ 'ਚ ਇਹਦੀ ਕੀ ਮਹੱਤਤਾ ਹੋਊਗੀ? ਮੌਜੂਦਾ ਘੋਲ ਤੋਂ ਬਾਅਦ ਫਿਰ ਕਦੇ ਇਹਦੀ ਹਿਸਟਰੀ ਵੀ ਲਿਖੀ ਜਾਣੀ ਆ, ਤੁਹਾਡੇ ਵਰਗੇ ਇਤਿਹਾਸਕਾਰਾਂ ਨੇ ਇਹਦੇ ਬਾਰੇ ਲਿਖਣਾ ਹੈ। ਇਹ ਪਹਿਲੀ ਵਾਰੀ ਹੋਇਆ ਔਰ ਬਹੁਤ ਸਾਰੇ ਬਜ਼ੁਰਗ ਕਹਿੰਦੇ ਕਿ ਸਾਡੀ ਸੁਰਤ 'ਚ ਇਹ ਪਹਿਲੀ ਵਾਰੀ ਹੋਇਆ। ਤੁਸੀਂ ਇਸ ਸਾਰੇ ਜਿਹੜੀ ਦ੍ਰਿਸ਼ ਹੈ ਇਹਨੂੰ ਕਿਵੇਂ ਸਮੇਟਦੇ ਆ? ਦੇਖੋ ਜੀ, ਇਹ ਜਿਹੜਾ ਘੋਲ ਹੈ ਕਿਤੇ ਆਪਾਂ ਨੂੰ ਐਂ ਲੱਗਦਾ ਵੀ ਇੱਕਦਮ ਇਰਪਟ ਹੋ ਗਿਆ। ਇਤਿਹਾਸ 'ਚ ਇਵੇਂ ਨਹੀਂ ਹੁੰਦਾ। ਇਤਿਹਾਸ ਦੇ ਗਰਭ ਦੇ ਵਿੱਚ ਕੁਛ ਚੀਜ਼ਾਂ ਪਈਆਂ ਹੁੰਦੀਆਂ ਨੇ, ਉਹ ਫਰਟਾਈਲ ਹੁੰਦੀਆਂ ਨੇ ਜਦੋਂ ਕੰਟੈਂਪਰੇਰੀ ਰਿਸਪੌਂਸ ਜਿਹੜਾ ਉਹ ਮਿਲਦਾ ਉਹਨਾਂ ਨੂੰ। ਇਹ ਜਿਹੜਾ ਕਿਸਾਨੀ ਸੰਘਰਸ਼ ਔਰ ਏਡਾ ਵੱਡਾ ਔਰ ਇੰਨਾ ਖੂਬਸੂਰਤ, ਇੰਨਾ ਡਿਸਿਪਲਨਡ ਔਰ ਇੰਨਾ ਮਲਟੀਫੇਰੀਅਸ, ਉਹਦੇ ਮਤਲਬ ਹਜ਼ਾਰ ਤਰ੍ਹਾਂ ਦੇ ਉਹਦੇ ਆਸਪੈਕਟ ਜਿਹੜੇ ਨੇ ਨਿਕਲਦੇ ਨੇ, ਜਿਹੜੇ ਕਿ ਇੱਥਾਂ ਆਪਾਂ ਬਾਹਲੀ ਗੱਲ ਨਹੀਂ ਕਰ ਸਕਦੇ ਸਮੇਂ ਦੀ ਨਜ਼ਾਕਤ ਕਰਕੇ। ਅਤੇ ਉਹ ਇਤਿਹਾਸ ਦੇ ਲਈ ਤੁਸੀਂ ਇਹ ਦੇਖੋ ਵੀ ਜਿੱਦਾਂ ਇਹਨੂੰ, ਜੇ ਮੈਂ ਇੱਦਾਂ ਦੇਖਾਂ ਥੋੜ੍ਹਾ ਜਿਹਾ ਬਰੀਫਲੀ ਜੇ ਦੱਸਣਾ ਹੋਵੇ ਵੀ ਹਿਸਟਰੀ ਦੇ ਵਿੱਚ, ਹਿਸਟਰੀ ਦੇ ਨਾਲ ਇਹਨੂੰ ਕਿੱਦਾਂ ਦੇਖਦੇ, ਉਹਨਾਂ ਦੇ ਤੁਸੀਂ ਰੈਫਰੈਂਸ ਪੁਆਇੰਟ ਲੱਭੋ। ਰੈਫਰੈਂਸ ਪੁਆਇੰਟ ਜਾ ਰਹੇ ਨੇ ਤੁਹਾਡਾ ਬਾਬਾ ਦੀਪ ਸਿੰਘ, ਅੱਛਾ, ਹਵਾਲੇ 18ਵੀਂ ਸਦੀ ਚੋਂ ਆ ਰਹੇ ਨੇ। ਹਵਾਲੇ ਆ ਰਹੇ ਨੇ ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਦੇ। ਹਵਾਲੇ ਆ ਰਹੇ ਨੇ 19ਵੀਂ ਸਦੀ ਦੇ। ਹਵਾਲੇ ਤੁਹਾਡੇ ਕੋਲੇ ਗਦਰ ਮੂਵਮੈਂਟ ਦੇ ਆ ਰਹੇ ਨੇ। ਹਵਾਲੇ ਤੁਹਾਡੇ ਕੋਲੇ ਅਕਾਲੀ ਮੂਵਮੈਂਟ ਦੇ ਆ ਰਹੇ ਨੇ। ਠੀਕ ਹੈ, ਇਹਦਾ ਮਤਲਬ ਵੀ ਇਹ ਇੱਕ ਜਿਹੜਾ ਘੋਲ ਹੈ ਇੱਕ ਕੰਟੀਨਿਊਟੀ ਦੇ ਵਿੱਚ ਹੈ। ਇਤਿਹਾਸ ਦੇ ਵਿੱਚ ਕੀ ਹੁੰਦਾ ਕਿ ਇਤਿਹਾਸ ਦੇ ਵਿੱਚ ਮੇਰੀ ਇੱਕ ਸਮਝ ਹੈ, ਉਹ ਕਿੰਨੀ ਕੁ ਜਾਇਜ਼ ਹੈ ਮੈਨੂੰ ਨਹੀਂ ਪਤਾ, ਪਰ ਮੈਂ ਕਹਿੰਦਾ ਹੁੰਦਾ ਕਿ ਇਤਿਹਾਸ ਦੇ ਵਿੱਚ ਜਿਹੜੀਆਂ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਉਹ ਫੇਲਰ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਦੈਟ ਇਜ਼ ਓਨਲੀ ਡਿਲੇਡ ਸਕਸੈਸ। ਉਹ ਰੋਕਿਆ ਹੋਇਆ ਇੱਕ ਕਿਸਮ ਦੀ ਕਾਮਯਾਬੀ ਹੁੰਦੀ ਜਿਹੜੀ ਬਾਅਦ ਦੇ ਵਿੱਚ ਆਉਂਦੀ ਹੈ। ਜਿੱਦਾਂ ਹੁਣ ਜੇ ਆਪਾਂ ਐਂ ਦੇਖੀਏ ਵੀ ਗਦਰ ਮੂਵਮੈਂਟ ਜਿਸ ਮਕਸਦ ਨੂੰ ਲੈ ਕੇ ਚੱਲੀ ਸੀ ਉਹ ਤਾਂ ਗੱਲ ਬਣੀ ਨਾ, ਬਗਾਵਤ ਕਰਨੀ ਆ, ਉਹ ਤਾਂ ਨਹੀਂ। ਪਰ ਗਦਰ ਮੂਵਮੈਂਟ 100 ਸਾਲ ਬਾਅਦ ਵੀ ਇੰਨੀ ਰੈਲੇਵੈਂਟ ਹੈ। ਜਿੱਥੇ ਵੀ ਕਿਤੇ ਹੱਕ ਦੀ ਲੜਾਈ ਹੁੰਦੀ ਹੈ ਉੱਥੇ ਗਦਰ ਦਾ ਰੈਫਰੈਂਸ ਆ, ਉੱਥੇ ਗਦਰ ਦੀ ਪੋਇਟਰੀ ਦੀ ਗੱਲ ਆਏਗੀ, ਉੱਥੇ ਗਦਰ ਜਿਹੜੇ ਨਾਇਕ ਨੇ ਉਹਨਾਂ ਦੀ ਗੱਲ ਆਉਂਦੀ ਵੀ ਉਹਨਾਂ ਨੇ ਕਿੱਦਾਂ ਉਸ ਵੇਲੇ ਸਾਰਾ ਕੁਝ ਕੀਤਾ, ਕਿੱਦਾਂ ਇਹਨੂੰ ਦੇਖਿਆ, ਕਿੱਦਾਂ ਲਿਖਿਆ। ਔਰ ਗਦਰੀ ਬਾਬਿਆਂ ਬਾਰੇ ਸਾਡੇ ਬੱਚਿਆਂ 'ਚ ਉਤਸੁਕਤਾ ਪੈਦਾ ਹੋਈ, ਬਹੁਤ ਜ਼ਬਰਦਸਤ। ਤੁਸੀਂ ਦੇਖੋ ਵੀ ਉਤਸੁਕਤਾ ਜਿਹੜੀ ਆ, ਗਦਰ ਇੱਕ ਪਰਮਾਨੈਂਟ ਰੈਫਰੈਂਸ ਪੁਆਇੰਟ ਹੈ। ਉਹ ਗਦਰ 50 ਸਾਲ ਬਾਅਦ 1907 'ਚ ਵੀ ਬਣਦਾ। ਉਹ ਅੱਜ ਦੀ ਡੇਟ ਦੇ ਵਿੱਚ ਵੀ ਤੁਸੀਂ ਦੇਖੋ ਵੀ ਅੰਗਰੇਜ਼ਾਂ ਨੂੰ ਗਦਰ ਆਉਣ ਵਾਲੇ 90 ਸਾਲ ਡਰਾਉਂਦਾ ਰਿਹਾ। 1857 ਦਾ ਗਦਰ ਵੀ ਡਰਾਉਂਦਾ ਰਿਹਾ ਤੇ ਉਹ 1907 'ਚ ਆ ਕੇ ਡਰਾਉਂਦਾ। ਤੇ ਜਿਹੜਾ ਇਹ ਗਦਰ ਹੈ 1914 ਤੋਂ ਬਾਅਦ ਜਿਹੜੀ ਸਾਰੀ ਪਲੈਨਿੰਗ ਹੁੰਦੀ ਆ ਉਹ ਅਖੀਰ ਤੱਕ ਡਰਾਉਂਦਾ ਰਿਹਾ। ਕਹਿਣ ਦਾ ਮਤਲਬ ਕਿ ਇਹ ਇੱਕ ਕੰਟੀਨਿਊਟੀ ਹੈ। ਇਹ ਕਿਸਾਨ ਨੂੰ ਜਦੋਂ ਅੰਗਰੇਜ਼ ਆਉਂਦਾ ਤਾਂ ਉਹ ਇਸ ਤਰੀਕੇ ਦੇ ਨਾਲ ਜਿਹੜਾ ਇੱਕ ਮਾਡਲ ਲੈ ਕੇ ਆਉਂਦੇ ਜਿਹਨੂੰ ਪੈਟਰਨਲ ਅਥੋਰੀਟੇਰੀਅਨਿਜ਼ਮ ਉਹ ਕਹਿੰਦੇ ਸੀ ਜੀ। ਠੀਕ ਹੈ, ਉਹਦੇ ਵਿੱਚ ਕਿਸਾਨ ਨੂੰ ਅਹਿਸਾਸ ਦਿਵਾਇਆ ਜਾਂਦਾ ਵੀ ਅਸੀਂ ਤੇਰੇ ਬੜੇ ਸ਼ੁਭ ਚਿੰਤਕ ਹਾਂ। ਤੇ ਇੱਕ ਇਸ ਕਿਸਮ ਦਾ ਜਿਹੜੀ ਧਾਰਨਾ ਬਣਾਉਂਦੇ ਨੇ। ਇੱਕ ਅੰਗਰੇਜ਼ ਅਫਸਰ ਕਹਿੰਦਾ ਵੀ ਆ ਵੀ ਕਹਿੰਦਾ ਜਦੋਂ ਅਸੀਂ ਆਏ ਤੇ ਸਾਨੂੰ ਲੱਗਾ ਵੀ ਇਹਨਾਂ ਨੂੰ ਪੰਜਾਬੀਆਂ ਨੂੰ ਕਾਬੂ ਕਰਨ ਦੇ ਲਈ ਇੰਨੀ ਕੁ ਜਦੋਜਹਿਦ ਕਰਨੀ ਪਊ ਵੀ ਜਿੰਨੀ ਕਿ ਇੱਕ ਅਲਕ ਵਛੇਰੇ ਨੂੰ ਕਰਨ ਲਈ ਪੈਂਦੀ। ਫਿਰ ਕਹਿੰਦਾ ਹੈਰਾਨੀ ਹੋਈ ਵੀ ਇਹਨਾਂ ਨੇ ਸਿੱਖੇ ਹੋਏ ਬਲਦ ਵਾਂਗੂ ਆਪਣਾ ਸਿਰ ਪੰਜਾਲੀ 'ਚ ਦੇ ਦਿੱਤਾ। ਇਹ ਨੈਰੇਟਿਵ ਕ੍ਰੀਏਟ ਹੁੰਦਾ ਵੀ ਇਹ ਬੜੀ ਆਸਾਨੀ ਦੇ ਨਾਲ ਮੰਨ ਗਏ। ਮੰਨਣ ਵਾਲੀ ਗੱਲ ਆਸਾਨੀ ਨਾਲ ਨਹੀਂ ਸੀ। ਉਹ ਫਿਰ ਤੁਸੀਂ ਦੇਖੋ ਜਦੋਂ ਉੱਠਦੀ ਹੈ। ਇਸ ਕਰਕੇ ਇਹ ਅਕਾਲੀ ਮੂਵਮੈਂਟ, ਅਕਾਲੀ ਅੰਦੋਲਨ ਜਿਹੜਾ ਇੱਕ ਕਿਸਮ ਦਾ, ਉਹਨੂੰ ਕਿਸਾਨੀ ਦੇ ਨਾਲ ਵੀ ਤੁਸੀਂ ਜੋੜ ਕੇ ਦੇਖੋ ਕਿਉਂਕਿ ਉਹਦੇ 'ਚ ਮੈਜੋਰਿਟੀ ਤਾਂ ਜਿਹੜੇ ਪਿੰਡਾਂ ਤੋਂ ਕਿਸਾਨ ਨੇ ਤੇ ਪੇਂਡੂ ਲੋਕ ਉਹ ਨੇ। ਕਿਉਂਕਿ ਉਸ ਤੋਂ ਪਹਿਲਾਂ ਜਿਹੜਾ ਮਾਡਲ ਹੈ ਚੀਫ ਖਾਲਸਾ ਦੀਵਾਨ ਵਾਲਾ ਤੇ ਉਹ ਸਾਰਾ ਅਰਬਨ ਸੈਂਟਰਿਕ ਹੈ। ਅਕਾਲੀ ਮੂਵਮੈਂਟ ਸਾਰੀ ਰੂਰਲ ਸੈਂਟਰਿਕ ਹੈ। ਔਰ ਅਕਾਲੀ ਮੂਵਮੈਂਟ ਦਾ ਜਿਹੜਾ ਘੋਲ ਹੈ, ਕਿੰਨੀਆਂ ਖੂਬਸੂਰਤ ਚੀਜ਼ਾਂ ਜਿਹੜੀਆਂ ਉਹਦੇ 'ਚੋਂ ਨਿਕਲਦੀਆਂ ਨੇ।
ਠੀਕ ਹੈ ਨਾ। ਔਰ ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਫਿਰ ਇਹ ਸਾਰੀ ਦੀ ਸਾਰੀ ਕੰਟੀਨਿਊਟੀ ਚੋਂ ਇਹ ਕਿਸਾਨ ਨੂੰ ਜਿਹੜਾ ਫਿਰ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਕਿੱਦਾਂ ਯੂਜ਼ ਕੀਤਾ ਗਿਆ। ਪਹਿਲਾਂ ਉਹਨੂੰ ਕਿਹਾ ਵੀ ਸਾਨੂੰ ਅੰਨ ਪੈਦਾ ਕਰਕੇ ਦੇ, ਜਦੋਂ ਹੁਣ ਤੁਹਾਡੇ ਕੋਲ ਅਨਾਜ ਭੰਡਾਰ ਜਿਹੜਾ ਸਰਪਲਸ ਹੋ ਗਿਆ, ਹੁਣ ਤੁਸੀਂ ਕਹਿੰਦੇ ਹੋ ਵੀ ਇਹਦੀ ਜ਼ਰੂਰਤ ਨਹੀਂ ਹੈ। ਇੱਕ ਦੂਜੀ ਗੱਲ ਕਿ ਇਹਦਾ ਰੈਲੇਵੈਂਸ ਕੀ ਬਣੇਗੀ। ਮੇਰੀ ਨਜ਼ਰੇ ਇਹ ਘੋਲ ਆਪਣਾ ਟੀਚਾ ਹਾਸਲ ਕਰ ਚੁੱਕਾ ਹੈ। ਅੱਛਾ, ਮੈਂ ਇਹ ਮੰਨਦਾ ਕਿ ਇਹ ਘੋਲ ਆਪਣਾ ਟੀਚਾ ਹਾਸਲ ਕਰ ਚੁੱਕਾ। ਉਹ ਘੋਲ ਆਪਣਾ ਟੀਚਾ ਕਿਵੇਂ ਹਾਸਲ ਕਰ ਚੁੱਕਾ ਵੀ ਗੱਲ ਸਿਰਫ ਹੁਣ ਤਾਂ ਸਿਰਫ ਗੱਲ ਇੱਥੇ ਅੜੀ ਕਿ ਜੀ ਜਾਂ ਬਿੱਲ ਵਾਪਸ ਕਰੋ ਤੇ ਜਾਂ ਅਸੀਂ ਵਾਪਸ ਨਹੀਂ ਜਾਂਦੇ। ਉਹ ਇੱਕ ਵੱਖਰੀ ਜਿਹੜਾ ਇੱਕ ਡਾਇਲੋਗ ਹੈ ਪ੍ਰੋਟੈਸਟਰ ਤੇ ਸਰਕਾਰ ਦੇ ਵਿੱਚ। ਮੇਰੀ ਨਜ਼ਰੇ ਇਹ ਘੋਲ ਜਿਹੜਾ ਆਪਣਾ ਟੀਚਾ ਇਸ ਕਿਸਮ ਦੇ ਨਾਲ ਹਾਸਲ ਕਰ ਚੁੱਕਾ ਕਿ ਜਿਹੜੀ ਲੋਕਾਂ ਦੇ ਅੰਦਰ ਇੱਕ ਲੜਨ ਦੀ ਸਪਿਰਿਟ ਹੁੰਦੀ ਹੈ, ਜਿਉਂਦੇ ਹੋਣ ਦਾ ਸਬੂਤ ਦੇਣਾ, ਲੜਨ ਦੀ ਉਹ ਭਾਵਨਾ, ਉਹਨੂੰ ਉਜਾਗਰ ਕਰਨਾ। ਫਿਰ ਉਸ ਭਾਵਨਾ ਨੂੰ ਤੁਸੀਂ ਕਿੰਨੇ ਡਿਸਿਪਲਿਨ ਦੇ ਨਾਲ ਲੜਦੇ ਹੋ। ਮੈਂ ਤੁਹਾਨੂੰ ਅਕਾਲੀ ਰੈਫਰੈਂਸ ਦਾ ਹਵਾਲਾ ਦਿੱਤਾ ਸੀ ਵੀ ਜਦੋਂ ਅਕਾਲੀ ਮੂਵਮੈਂਟ ਹੈ ਤੇ ਗਾਂਧੀ ਹੋਰਾਂ ਦਾ ਬੜੀ ਵੱਡੀ ਰੈਜ਼ਰਵੇਸ਼ਨ ਹੈ ਵੀ ਉਹ ਕੌਮ ਹੈ ਜਿਹੜੀ ਗੱਲ ਤੇ ਤਲਵਾਰ ਕੱਢ ਲੈਂਦੀ ਹੈ ਤੇ ਲੜਦੇ ਨੇ, ਤੇ ਇਹ ਨਾਨ ਵਾਇਲੈਂਟ ਮੂਵਮੈਂਟ ਕਿੱਥੋਂ ਕਾਮਯਾਬ ਕਰ ਲੈਣਗੇ। ਹੁੰਦਾ ਉਹਦੇ ਉਲਟ ਹੈ। ਗਾਂਧੀਅਨ ਨਾਨ ਵਾਇਲੈਂਟ ਮੂਵਮੈਂਟ ਕਲੈਪਸ ਕਰ ਜਾਂਦੀ ਹੈ, ਨਾਨ ਕੋਆਪਰੇਸ਼ਨ ਸਸਪੈਂਡ ਕਰਨੀ ਪੈ ਜਾਂਦੀ ਹੈ। ਅਕਾਲੀ ਮੂਵਮੈਂਟ ਕਾਮਯਾਬ ਹੁੰਦੀ ਹੈ, ਬਿਲਕੁਲ ਨਾਨ ਵਾਇਲੈਂਟ ਮੂਵਮੈਂਟ। ਇੱਥੇ ਵੀ ਤੁਸੀਂ ਦੇਖੋ ਮੂਵਮੈਂਟ ਜਿਹੜੀ ਆ ਜਵਾਨੀ ਦਾ ਏਡਾ ਵੱਡਾ ਹਜੂਮ ਉੱਥੇ ਹੋਣ ਦੇ ਬਾਵਜੂਦ ਜਿੱਦਾਂ ਉਹ ਡਿਸਿਪਲਿਨ ਦੇ ਨਾਲ ਚੱਲ ਰਹੇ ਆ, ਜਿਸ ਏਕੇ ਦੀ ਗੱਲ ਕਰ ਰਹੇ ਆ। ਔਰ ਮੈਂ ਜਿਹੜਾ ਇਹਨੂੰ ਇੱਦਾਂ ਕਿ ਜਿਹਨੂੰ ਆਪਾਂ ਕਹਿੰਦੇ ਨਾ ਕਿ ਜਿਹੜਾ ਸੋਸ਼ੋ ਕਲਚਰਲ ਕੈਪੀਟਲ ਆਊਟਪੁੱਟ ਉਹ ਆ ਚੁੱਕਾ ਉਹਦੇ 'ਚ। ਇਹ ਬਿੱਲ ਵਾਪਸ ਹੁੰਦੇ ਜਾਂ ਨਹੀਂ ਹੁੰਦੇ, ਪਰ ਮੈਂ ਇਹਨੂੰ ਐਜ਼ ਅ ਸੋਸ਼ਲ ਸਾਇੰਟਿਸਟ ਦੇਖਦਾ ਕਲਚਰ ਦੇ ਹਵਾਲੇ ਦੇ ਨਾਲ, ਤੇ ਮੇਰੇ ਹਿਸਾਬ ਦੇ ਨਾਲ ਇਹ ਘੋਲ ਆਪਣਾ ਮਿੱਥਿਆ ਟੀਚਾ ਇੱਕ ਤਰੀਕੇ ਦੇ ਨਾਲ ਹਾਸਲ ਕਰ ਚੁੱਕਾ। ਦੋਸਤੋ, ਸਮਾਂ ਇਜਾਜ਼ਤ ਨਹੀਂ ਦਿੰਦਾ। ਦਿਲ ਕਰਦਾ ਹੈ ਕਿ ਡਾਕਟਰ ਜਸਬੀਰ ਸਿੰਘ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇ। ਫਿਰ ਮਿਲਾਂਗੇ, ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਮਿਹਰਬਾਨੀ।